ਭਖ ਦੀਆਂ ਖਬਰਾਂ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਹਰਪ੍ਰੀਤ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਇੱਕ ਵਾਰ ਫਿਰ ਤੋਂ ਮੇਰਾ ਸਾਥ ਦੇ ਰਹੇ ਨੇ ਅਜੀਤ ਜੀ, ਸਬਦੀਸ਼ ਜੀ, ਸੀਪੀ ਸਿੰਘ ਜੀ ਅਤੇ ਦਿਲਰਾਜ ਜੀ। ਤੁਹਾਡੇ ਸਭ ਦਾ ਸ਼ੋਅ ਦੇ ਵਿੱਚ ਸਵਾਗਤ ਹੈ। ਥੈਂਕ ਯੂ ਜੀ। ਧੰਨਵਾਦ ਜੀ। ਗੱਲਬਾਤ ਕਰਾਂਗੇ ਪੰਜਾਬੀ ਸੂਬੇ ਦੀਆਂ। ਨਵੰਬਰ 1 ਨੂੰ ਚਾਹੇ ਕਿ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੁਆਰਾ ਪੰਜਾਬੀ ਸੂਬਾ ਮਨਾਉਣ ਦੀ, ਪੰਜਾਬੀ ਸੂਬੇ ਦੀ 50ਵੀਂ ਵਰਸ਼ਗਾਠ ਦੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ, ਪਰ ਦੂਜੇ ਪਾਸੇ ਸਵਾਲ ਕਈ ਹੋਰ ਵੀ ਉੱਠ ਰਹੇ ਨੇ ਕਿ ਪੰਜਾਬੀ ਸੂਬੇ ਨਾਲ ਪੰਜਾਬ ਨੂੰ ਫਾਇਦਾ ਹੋਇਆ ਜਾਂ ਫਿਰ ਪੰਜਾਬ ਦੀ ਇੱਕ ਵਾਰ ਫਿਰ ਤੋਂ ਵੰਡ ਹੋਈ। 1947 ਤੱਕ 1947 ਨੂੰ ਜੇ ਅਸੀਂ ਦੇਖੀਏ, 1947 ਵਿੱਚ ਪੰਜਾਬ ਦੀ ਪਹਿਲੀ ਵੰਡ ਹੋਈ ਸੀ ਪੰਜਾਬੀ ਸੂਬੇ ਦੇ ਨਾਂ ਤੇ। 1966 ਦੇ ਵਿੱਚ ਪੰਜਾਬ ਦੀ ਦੂਜੀ ਵੰਡ ਹੋਈ। ਜੇ 47 ਦੀ ਗੱਲ ਕਰੀਏ ਤੇ ਪੰਜਾਬ ਦਾ ਵੱਡਾ ਹਿੱਸਾ ਜੋ ਕਿ ਅੱਜ ਪਾਕਿਸਤਾਨ ਵਿੱਚ ਰਹਿ ਗਿਆ, ਪਰ ਜੇ 1966 ਦੀ ਗੱਲ ਕਰੀਏ ਤੇ ਪੰਜਾਬ ਨੂੰ ਫਿਰ ਤੋਂ ਦੋ ਹਿੱਸਿਆਂ ਵਿੱਚ ਵੰਡ ਕੇ ਹਰਿਆਣਾ ਬਣਾ ਦਿੱਤਾ ਗਿਆ। ਭਾਸ਼ਾ ਦੇ ਆਧਾਰ ਤੇ ਡਿਵੀਜ਼ਨ ਮੰਗਣਾ ਜਾਂ ਭਾਸ਼ਾ ਦੇ ਆਧਾਰ ਤੇ ਆਪਣਾ ਇੱਕ ਸਟੇਟ ਮੰਗਣਾ, ਇਹ ਮੰਗ ਸੀ ਉਦੋਂ ਅਕਾਲੀ ਦਲ ਦੀ। ਪਰ ਜਦੋਂ ਇਹ ਵੰਡ ਹੋਈ ਉਹਦੇ ਵੀ ਕਈ ਸਵਾਲ ਅਜੇ ਤੱਕ ਸਾਰੇ ਪੰਜਾਬੀ ਜਾਂ ਫਿਰ ਹਿਸਟੋਰੀਅਨ ਜਾਂ ਫਿਰ ਪੋਲੀਟੀਕਲ ਐਨਾਲਿਸਟ ਅਜੇ ਤੱਕ ਨਹੀਂ ਸਮਝ ਪਾਏ ਕਿ ਵੰਡ ਦੇ ਵਿੱਚ ਵੀ ਕਿਤੇ ਨਾ ਕਿਤੇ ਸਰਕਾਰ ਵੱਲੋਂ ਇੱਕ ਪਾਸੇ ਦੀ ਗੱਲ ਕੀਤੀ ਗਈ। ਪਾਣੀਆਂ ਨੂੰ ਲੈ ਕੇ, ਚਾਹੇ ਹੋਰ ਕਈ ਮੈਟਰਸ ਨੂੰ ਲੈ ਕੇ, ਚੰਡੀਗੜ੍ਹ ਦੀ ਗੱਲ ਕਰ ਲਈ, ਚੰਡੀਗੜ੍ਹ ਨੂੰ ਲੈ ਕੇ ਪੰਜਾਬ ਨਾਲ ਕਿਤੇ ਨਾ ਕਿਤੇ ਇੱਕ ਤਰਫਾ ਗੱਲ ਕੀਤੀ ਗਈ ਆ। ਜੇ ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਜੋ ਕਿ ਥੋੜੇ ਚਿਰ ਪਹਿਲਾਂ ਹੀ ਅੱਡ ਹੋਏ ਆ, ਅੱਡ ਹੁੰਦਿਆਂ ਸਾਰੀ ਤੇਲੰਗਾਨਾ ਨੂੰ ਨਵੀਂ ਰਾਜਧਾਨੀ ਦਿੱਤੀ ਜਾ ਸਕਦੀ ਆ। ਪੰਜਾਬ ਦੇ ਵਿੱਚੋਂ ਬਣੇ ਹਰਿਆਣੇ ਨੂੰ ਨਵੀਂ ਰਾਜਧਾਨੀ ਕਿਉਂ ਨਹੀਂ ਦਿੱਤੀ ਗਈ? ਜੇ ਪਾਣੀਆਂ ਦੀ ਵੰਡ ਦੀ ਗੱਲ ਕਰੀਏ ਤੇ 3 ਨਹਿਰਾਂ ਜੋ ਪੰਜਾਬ ਵਿੱਚ ਵਹਿੰਦੀਆਂ ਨੇ, ਹਰਿਆਣਾ ਤੇ ਪੰਜਾਬ ਦੇ ਜਦੋਂ ਪਾਣੀ ਵੰਡੇ ਗਏ ਉਹਨਾਂ ਦੇ ਪਾਣੀ ਨੂੰ ਕੈਲਕੂਲੇਟ ਕੀਤਾ ਗਿਆ, ਪਰ ਉਹ ਨਹਿਰ ਜੋ ਹਰਿਆਣੇ 'ਚ ਵਹਿੰਦੀ ਆ ਉਹਦਾ ਪਾਣੀ ਕਦੀ ਵੀ ਇਸ ਕੈਲਕੂਲੇਸ਼ਨ ਵਿੱਚ ਨਹੀਂ ਪਾਇਆ ਗਿਆ। ਜੇ ਪੰਜਾਬੀ ਸੂਬੇ ਦੀ ਗੱਲ ਕਰੀਏ, 1909 ਦੇ ਵਿੱਚ ਪੰਜਾਬੀ ਸੂਬੇ ਦੀ ਗੱਲ ਉੱਠਣੀ ਸ਼ੁਰੂ ਹੋ ਗਈ ਸੀ। ਜੇ ਹਰਿਆਣੇ ਦੀ ਗੱਲ ਕਰੀਏ, 1928 1932 ਦੇ ਵਿੱਚ ਵੀ ਸਾਨੂੰ ਹਰਿਆਣੇ ਦੀ ਗੱਲ ਸੁਣਨੀ ਸ਼ੁਰੂ ਹੋ ਗਈ ਸੀ। ਹਿਸਟਰੀ ਵਿੱਚ ਅਸੀਂ ਕਹਿ ਸਕਦੇ ਹਾਂ 1928 ਤੇ 32 ਵਿੱਚ ਵੀ ਹਰਿਆਣੇ ਦੀ ਮੰਗ, ਡਿਮਾਂਡ ਉੱਠਣੀ ਸ਼ੁਰੂ ਹੋ ਗਈ ਸੀ। ਹੁਣ ਅਸੀਂ ਆਉਂਦੇ ਹਾਂ 1966 ਦੀ ਵੰਡ ਤੇ। ਕੁਝ ਇਤਿਹਾਸਕਾਰਾਂ ਦਾ ਇਹ ਵੀ ਕਹਿਣਾ ਹੈ ਕਿ ਅਕਾਲੀ ਦਲ ਨੇ ਜਦੋਂ ਆਜ਼ਾਦੀ ਤੋਂ ਬਾਅਦ ਇਲੈਕਸ਼ਨ ਵਿੱਚ ਹਿੱਸਾ ਲਿਆ ਤੇ ਅਕਾਲੀ ਦਲ ਨੂੰ ਜਿੱਥੇ ਜ਼ਿਆਦਾ ਪੰਜਾਬੀ ਬੋਲੀ ਜਾਂਦੀ ਸੀ ਉਸ ਏਰੀਏ ਵਿੱਚ ਵੀ ਵੋਟ ਪਰਸੈਂਟੇਜ ਕਾਫੀ ਘੱਟ ਮਿਲੀ, 20%। ਸੱਤਾ ਤੇ ਆਉਣ ਦਾ ਇੱਕ ਹੀ ਰਾਹ ਸੀ, ਉਹ ਇਹ ਰਾਹ ਸੀ ਕਿ ਜੇ ਸੂਬੇ ਨੂੰ ਪੰਜਾਬੀ ਬੋਲਣ ਵਾਲੇ ਹਿੱਸਿਆਂ 'ਚ ਵੰਡ ਦਿੱਤਾ ਜਾਵੇ ਜਾਂ ਜਿੱਥੇ ਸਿੱਖ ਪੋਪੂਲੇਸ਼ਨ ਜ਼ਿਆਦਾ ਵਾ ਉਹ ਉਹਦੇ ਨਾਲ ਹਿਸਾਬ ਨਾਲ ਡਿਵੀਜ਼ਨ ਹੋ ਜੇ ਤੇ ਅਕਾਲੀ ਦਲ ਸੱਤਾ ਤੇ ਆ ਸਕਦੀ ਆ। 1962 ਦੀ ਇਲੈਕਸ਼ਨ ਵਿੱਚ ਅਕਾਲੀ ਦਲ ਨੂੰ 20% ਵੋਟ ਜੋ ਪੰਜਾਬੀ ਬੋਲਣ ਵਾਲੇ ਸੂਬੇ ਸੀ ਉੱਥੇ ਨਹੀਂ ਮਿਲੇ, ਪਰ 1966 ਦੀ ਵੰਡ ਤੋਂ ਬਾਅਦ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਅਕਾਲੀ ਦਲ ਕਿੰਨੀ ਵਾਰ ਸੱਤਾ 'ਚ ਰਹੀ ਆ। ਇਹ ਇੱਕ ਪਾਸੇ ਦੀ ਗੱਲ ਹੋ ਸਕਦੀ ਆ, ਪਰ ਕੁਝ ਇਤਿਹਾਸਕਾਰਾਂ ਨੇ ਇਹਦਾ ਜ਼ਿਕਰ ਵੀ ਕੀਤਾ ਵਾ। ਇਸ ਚੀਜ਼ ਨੂੰ ਵੀ ਪੰਜਾਬੀ ਸੂਬੇ ਦੀ ਜਦੋਂ ਵੀ ਅਸੀਂ ਗੱਲ ਕਰੀਏ, ਇਸ ਚੀਜ਼ ਦਾ ਡਿਸਕਸ਼ਨ ਵੀ, ਇਸ ਚੀਜ਼ ਉੱਤੇ ਡਿਬੇਟ ਵੀ ਸ਼ਾਇਦ ਜ਼ਰੂਰ ਕਰਨੀ ਚਾਹੀਦੀ ਹੈ। 1955 ਤੋਂ ਲੈ ਕੇ 1981 ਤੱਕ ਦਾ ਦਸ਼ਕ, 1966 ਹਰਿਆਣੇ ਦੀ ਵੰਡਣ ਤੋਂ ਬਾਅਦ ਲੈ ਕੇ 1966 ਤੋਂ ਲੈ ਕੇ 1981 ਤੱਕ ਦੇ ਦਸ਼ਕ ਦੀ ਜੇ ਅਸੀਂ ਗੱਲ ਕਰੀਏ ਤੇ ਪੰਜਾਬ ਨੇ ਬਹੁਤ ਤਰੱਕੀ ਕੀਤੀ ਆ। ਪਰ ਪੰਜਾਬ ਤੇ ਹਰਿਆਣਾ ਜੇ ਅਸੀਂ ਦੋਵੇਂ ਸਟੇਟਾਂ ਨੂੰ ਅੱਜ ਮਿਲਾ ਕੇ ਦੇਖਦੇ ਹਾਂ ਤੇ ਹਰਿਆਣੇ ਨੂੰ ਅਸੀਂ ਕਹਿ ਸਕਦੇ ਹਾਂ ਕਿ ਕਾਫੀ ਅੱਗੇ ਆ ਤਰੱਕੀ ਦੇ ਰੇਸ ਵਿੱਚ ਪੰਜਾਬ ਤੋਂ। ਹਰਿਆਣੇ ਦਾ ਐਨਸੀਆਰ ਨਾਲ ਜੋੜਨਾ, ਹਰਿਆਣੇ ਦੇ ਸ਼ਹਿਰਾਂ ਦਾ ਦਿੱਲੀ ਦੇ ਨਾਲ ਜੋੜਨਾ, ਐਨਸੀਆਰ ਰੀਜਨ ਵਿੱਚ ਆਉਣਾ ਇੱਕ ਹੋਰ ਹਰਿਆਣੇ ਵਾਸਤੇ ਵਧੀਆ ਚੀਜ਼ ਸਾਬਿਤ ਹੋਇਆ। ਗੱਲਬਾਤ ਕਰਾਂਗੇ ਪੰਜਾਬੀ ਸੂਬੇ ਦੀ ਤੇ ਜਾਣਾਂਗੇ ਕਿ ਪੰਜਾਬੀ ਸੂਬਾ ਜਿਹਨੂੰ ਕਈ ਇਤਿਹਾਸਕਾਰਾਂ ਨੇ ਸੂਬੀ ਵੀ ਆਖਿਆ ਵਾ, ਪੰਜਾਬ ਨੂੰ ਜਾਂ ਪੰਜਾਬੀਆਂ ਨੂੰ ਉਹ ਤੋਂ ਕੀ ਫਾਇਦਾ ਹੋਇਆ। ਨਾਲ ਹੀ ਮੈਂ ਇੱਕ ਗੱਲ ਜ਼ਰੂਰ ਕਹਿ ਦੇਣਾ ਚਾਹੁੰਦਾ ਵਾਂ, ਚਾਹੇ ਅਸੀਂ ਇਹਨੂੰ ਭਾਸ਼ਾ ਦੇ ਨਾਂ ਤੇ ਕੀਤਾ ਗਿਆ ਡਿਵੀਜ਼ਨ ਹੋਵੇ, ਭਾਸ਼ਾ ਦੇ ਨਾਂ ਤੇ ਡਿਮਾਂਡ ਕੀਤਾ ਗਿਆ ਇੱਕ ਸਟੇਟ ਹੋਵੇ, ਪਰ ਕਈ ਇਤਿਹਾਸਕਾਰਾਂ ਨੇ ਅੱਜ ਜਦੋਂ ਮੈਂ ਪੜ੍ਹ ਰਿਹਾ ਸੀ ਮੈਨੂੰ ਇਹ ਵੀ ਪੜ੍ਹਨ ਨੂੰ ਮਿਲਿਆ ਕਿ ਕਈ ਇਤਿਹਾਸਕਾਰਾਂ ਨੇ ਵੀ ਮੈਂਸ਼ਨ ਕੀਤਾ ਕਿ ਪੰਜਾਬੀ ਬੋਲੀ ਉਦੋਂ ਪਲਵਲ ਤੱਕ ਬੋਲੀ ਜਾਂਦੀ ਸੀ ਜੋ ਅੱਜ ਸੀਮਿਤ ਹੋ ਕੇ ਪੂਰੇ ਪੰਜਾਬ ਵਿੱਚ ਵੀ ਨਹੀਂ ਬਚੀ। ਸ਼ੁਰੂ ਕਰਦੇ ਹਾਂ ਅਜੀਤ ਜੀ ਤੋਂ।
ਦੇਖੋ ਹਰਪ੍ਰੀਤ ਜੀ, ਇਹ ਠੀਕ ਹੈ ਕਿ ਉਦੋਂ ਜਿਹੜੀ ਹੈਗੀ ਪੰਜਾਬੀ ਬੋਲੀ ਜਿਹੜੀ ਹੈਗੀ ਉੱਥੇ ਤੱਕ ਬੋਲੀ ਜਾਂਦੀ ਸੀ, ਪਲਵਲ ਤੱਕ ਬੋਲੀ ਨਹੀਂ ਸੀ ਜਾਂਦੀ। ਇੱਕ ਰੀਜਨਲ ਫਾਰਮੂਲਾ ਤਿਆਰ ਕੀਤਾ ਜਾਂਦਾ ਸੀ ਜਿਹਦੇ ਵਿੱਚ 6ਵੀਂ ਤੋਂ ਬਾਅਦ ਸ਼ਾਇਦ ਉੱਥੇ ਪੰਜਾਬੀ ਪੜ੍ਹਾਈ ਜਾਂਦੀ ਸੀ। ਉਸ ਪੱਖ ਤੋਂ ਠੀਕ ਹੈ ਕਿ ਪੰਜਾਬ ਜਿਹੜਾ ਹੈਗਾ ਉਹ ਪੰਜਾਬੀ ਬੋਲੀ ਦਾ ਜਿੱਥੇ ਉਹਨਾਂ ਦੀ ਪਹਿਲੀ ਬੋਲੀ ਹੈ ਉਹ ਸੀਮਤ ਹੋ ਗਿਆ ਹੈ। ਪਰ ਇਹਦੇ ਨਾਲ ਨਾਲ ਜਿਹੜਾ ਸਮੁੱਚਾ ਪੰਜਾਬ ਸੀ, ਪਹਿਲਾ ਵੱਡਾ ਪੰਜਾਬ, ਉਹਦੇ ਵਿੱਚ ਨਾ ਤੇ ਪੰਜਾਬੀ ਬੋਲੀ ਜਿਹੜੀ ਹੈਗੀ ਸੀ ਉਹ ਦਫ਼ਤਰੀ ਦੀ ਜਾਂ ਸਰਕਾਰੀ ਬੋਲੀ ਬਣ ਸਕੀ ਸੀ, ਨਾ ਹੀ ਪੰਜਾਬੀ ਬੋਲੀ ਦੇ ਉੱਤੇ ਜਿਹੜੀ ਹੈਗਾ ਇਸ ਤਰ੍ਹਾਂ ਦੀ ਜਿਹੜੀ ਉਸ ਤੋਂ ਬਾਅਦ ਇਸ ਚੀਜ਼ ਦਾ ਜ਼ਿਆਦਾ ਜ਼ੋਰ ਦਿੱਤਾ ਗਿਆ ਕਿ ਹਰ ਥਾਂ ਪੰਜਾਬੀ ਬੋਲੀ ਮਾਧਿਅਮ ਹੋਣਾ ਚਾਹੀਦਾ ਹੈ, ਸਰਕਾਰੀ ਕੰਮਕਾਜ ਦਾ ਮਾਧਿਅਮ ਹੋਣਾ ਚਾਹੀਦਾ ਹੈ। ਇਹ ਕਤਈ ਵੀ ਕਿਸੇ ਨੇ ਮਨਜ਼ੂਰ ਨਹੀਂ ਸੀ ਕਰਨਾ। ਇਹਨੂੰ ਸਕੂਲਾਂ ਕਾਲਜਾਂ ਤੱਕ ਜਾਂ ਇੱਕ ਪੰਜਾਬੀ ਯੂਨੀਵਰਸਿਟੀ ਬਣਾ ਕੇ ਉੱਥੇ ਤੱਕ ਸੀਮਤ ਕਰ ਦਿੱਤਾ ਗਿਆ ਸੀ। ਔਰ ਜਿਸ ਤਰ੍ਹਾਂ ਪੰਜਾਬੀ ਬੋਲੀ ਦੇ ਵਿਰੁੱਧ ਦੇ ਵਿੱਚ ਈਵਨ ਪੰਜਾਬ ਦੇ ਵਿੱਚ ਵੀ ਜਲੰਧਰ 'ਚ ਬੈਠੀ ਪ੍ਰੈਸ ਜਿਹੜੀ ਆਮ ਘਰ ਵਿੱਚ ਲੋਕੀ ਉਹ ਪੰਜਾਬੀ ਬੋਲਦੇ ਸੀ, ਉਹ ਵੀ ਪੰਜਾਬੀ ਬੋਲੀ ਦਾ ਵਿਰੋਧ ਕਰਦੇ ਸੀ। ਤਾਂ ਕਿਸੇ ਕੀਮਤ ਤੇ ਇਹਨੂੰ ਸਰਕਾਰੀ ਭਾਸ਼ਾ ਜਾਂ ਹੋਰ ਤਰ੍ਹਾਂ ਕਿਸੇ ਤਰ੍ਹਾਂ ਨਾਲ ਜਿਹਦੇ ਨਾਲ ਪੰਜਾਬੀ ਬੋਲੀ ਦੀ ਤਰੱਕੀ ਹੋ ਸਕੇ ਉਹ ਨਹੀਂ ਕੀਤੀ ਜਾਣੀ ਸੀ। ਔਰ ਦੂਸਰੀ ਗੱਲ, ਪੰਜਾਬੀ ਬੋਲੀ ਦੇ ਆਧਾਰ ਤੇ ਸੂਬੇ ਜਿਹੜੇ ਹੈਗੇ ਨੇ ਉਹ ਇਕੱਲੇ ਪੰਜਾਬ ਦੀ ਮੰਗਦੀ ਸੀ। ਉਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਪਾਲਿਸੀ ਬਣਾਈ ਸੀ ਕਿ ਬੋਲੀ ਦੇ ਆਧਾਰ ਦੇ ਉੱਤੇ ਸੂਬੇ ਬਣਾਏ, ਨਵੇਂ ਸੂਬਿਆਂ ਦੀ ਰੀਆਰਗੇਨਾਈਜੇਸ਼ਨ ਕੀਤੀ ਜਾਵੇ ਤਾਂ ਕਿ ਉਸ ਖਿੱਤੇ ਦੇ ਲੋਕਾਂ ਨੂੰ ਆਪਸ ਦੇ ਵਿੱਚ ਮਿਲਵਰਤਨ ਕਰਨ ਜਾਂ ਖਤੋ ਕਿਤਾਬ ਸਰਕਾਰੀ ਕੰਮਕਾਜ ਚਲਾਉਣ ਦੇ ਵਿੱਚ ਆਮ ਲੋਕਾਂ ਨੂੰ ਸੌਖ ਹੋ ਸਕੇ। ਪਰ ਫਿਰ ਜਦੋਂ ਪੰਜਾਬ ਤੇ ਗੱਲ ਆਈ ਤਾਂ ਇਹਦੇ ਤੇ ਸਵਾਲ ਖੜੇ ਕਰ ਦਿੱਤੇ ਗਏ ਜਿਹਦੇ ਪਿੱਛੇ ਪਿਛੋਕੜ ਧਰਮ ਸੀ। ਜੇ ਰਾਜ ਨਾ ਬਣਨ ਦਾ ਕਾਰਨ ਇਹ ਹੁੰਦਾ ਕਿ ਪੰਜਾਬ ਦਾ ਜਿਹੜਾ ਅੱਜ ਪੰਜਾਬ ਬਣਾਇਆ ਉਹਦੇ ਵਿੱਚ ਹਿੰਦੀ ਬੋਲੀ ਜਾਂਦੀ ਹੈ ਬਹੁਤੀ ਜਗ੍ਹਾ ਦੇ ਉੱਤੇ, ਫਿਰ ਇੱਕ ਇਹ ਗੱਲ ਦਾ ਜਿਹੜਾ ਹੈਗਾ ਸਾਰਾ ਸਿਨੈਰੀਓ ਵੱਖਰਾ ਹੁੰਦਾ। ਜਦੋਂ ਇਸ ਇਲਾਕੇ ਦੇ ਵਿੱਚ ਹਰ ਧਰਮ ਦਾ ਲੋਕ ਪੰਜਾਬੀ ਬੋਲਦਾ ਤੇ ਪੰਜਾਬੀ ਬੋਲੀ ਦੇ ਆਧਾਰ ਤੇ ਹੀ ਸੂਬਿਆਂ ਦੀ ਰੀਆਰਗੇਨਾਈਜੇਸ਼ਨ ਕੀਤੀ ਜਾਂਦੀ ਹੈ ਤਾਂ ਉੱਥੇ ਉਹਨਾਂ ਨੂੰ ਇੱਕ ਪਾਰਟੀ ਦੇ ਫਾਇਦੇ ਨੁਕਸਾਨ ਜਾਂ ਇਹਨਾਂ ਗੱਲਾਂ ਦੇ ਨਾਲ ਜੋੜ ਦੇਣਾ ਮੇਰਾ ਖਿਆਲ ਠੀਕ ਨਹੀਂ ਹੈਗਾ। ਔਰ ਇਹਦੇ ਵਿੱਚ ਮੈਂ ਨਾਲ ਐਡ ਜ਼ਰੂਰ ਇਹ ਗੱਲ ਕਰਨੀ ਜ਼ਰੂਰ ਚਾਹਾਂਗਾ ਕਿ ਜੇ ਅੱਜ ਪੰਜਾਬ ਦੇ ਵਿੱਚ ਸਿਆਸਤ ਦਾ ਪੱਧਰ ਗਿਰਿਆ ਹੋਇਆ ਹੈ ਔਰ ਉਹਦੇ ਕਰਕੇ ਇਹ ਇੰਪ੍ਰੈਸ਼ਨ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਅਕਾਲੀਆਂ ਨੇ ਆਪਣੇ ਰਾਜ ਕਰਨ ਵਾਸਤੇ ਤਾਂ ਪੰਜਾਬੀ ਸੂਬੇ ਦੀ ਪ੍ਰੋੜਤਾ ਕੀਤੀ ਤੇ ਲੜਾਈ ਲੜ ਕੇ ਲਿਆ ਵੀ, ਪਰ ਪੰਜਾਬ ਨੂੰ ਕੀ ਫਾਇਦਾ ਹੋਇਆ। ਪਹਿਲੀ ਗੱਲ ਤਾਂ ਇਹ ਹੈ ਕਿ ਜੇ ਅਕਾਲੀਆਂ ਦੀ ਰਾਜਨੀਤੀ ਦੇ ਪੱਧਰ ਗਿਰਨ ਦੇ ਨਾਲ ਪੰਜਾਬ ਦਾ ਨੁਕਸਾਨ ਹੋਇਆ ਤਾਂ ਰਾਜਨੀਤਿਕ ਪੱਧਰ ਸਾਰੀ ਹੀ ਮੁਲਕ ਦੇ ਵਿੱਚ ਗਿਰਿਆ ਹੋਇਆ। ਉੱਥੇ ਵੀ ਰਾਜਨੀਤੀਵਾਨਾਂ ਦਾ ਜਿਹੜੀ ਹੈਗੀ ਸੋਚ ਜਿਹੜੀ ਹੈਗੀ ਲੋਕ ਪੱਖੀ ਨਾ ਹੋਣ ਕਰਕੇ ਲੋਕਾਂ ਦਾ ਨੁਕਸਾਨ ਹੋ ਰਿਹਾ। ਦੂਸਰੀ ਗੱਲ, ਜੇ ਅੱਜ ਪੰਜਾਬ ਦਾ ਪਾਣੀਆਂ ਦਾ ਨੁਕਸਾਨ ਹੋ ਰਿਹਾ ਤਾਂ ਪਾਣੀਆਂ ਨੂੰ ਇਸ ਤੋਂ ਜ਼ਿਆਦਾ ਵੀ ਸ਼ਾਇਦ ਨੁਕਸਾਨ ਕੀਤਾ ਜਾਂਦਾ ਕਿਉਂਕਿ ਜਿਹੜੀਆਂ ਨਹਿਰਾਂ ਪੰਜਾਬ ਤੋਂ ਬਾਹਰ ਜਾਣ ਪੈਣੀਆਂ ਨੇ ਇਕੱਠੇ ਪੰਜਾਬ 'ਚ ਉਹ ਬਣ ਚੁੱਕੀਆਂ ਸੀ। SYL ਦਾ ਵਿਰੋਧ ਵੀ ਕਿਸੇ ਨੇ ਨਹੀਂ ਕਰ ਪਾਉਣਾ ਸੀ ਜੇ ਇਕੱਠਾ ਪੰਜਾਬ ਹੁੰਦਾ ਤਾਂ ਇਹ ਪਾਣੀ ਵੀ ਚਲਾ ਜਾਣਾ ਸੀ ਜਿਹੜਾ ਹਾਲ ਦੀ ਘੜੀ ਰੁਕਿਆ ਹੋਇਆ ਹੈ। ਤੇ ਇਸ ਕਰਕੇ ਅਸੀਂ ਇਹ ਨਹੀਂ ਕਹਿ ਸਕਦੇ ਹੈਗੇ ਕਿ ਠੀਕ ਹੈ ਉਸ ਏਰੀਆ ਦਾ ਡਿਵੈਲਪਮੈਂਟ ਹੋਈ ਹੈ ਕਿਉਂਕਿ ਉਹ ਨੇੜੇ ਸੀ ਦਿੱਲੀ ਦੇ, ਉਹ ਤਾਂ ਕੁਦਰਤੀ ਗੱਲ ਹੈ। ਸਗੋਂ ਇਹਨੂੰ ਇਸ ਪੱਖ ਤੋਂ ਨਹੀਂ ਦੇਖਿਆ ਜਾਂਦਾ ਹੈਗਾ ਕਿ ਜੇ ਉੱਥੇ ਨੇੜੇ ਦੇ ਕਰਕੇ ਪੱਖ ਕਰਕੇ ਉਹ ਹਰਿਆਣੇ ਨੂੰ ਫਾਇਦਾ ਹੋਇਆ, ਉਹਨਾਂ ਨੇ ਉੱਥੇ ਫਰੀਦਾਬਾਦ 'ਚ ਬਹੁਤ ਇੰਡਸਟਰੀ ਕਰ ਲਈ, ਗੁੜਗਾਂਵ ਬਹੁਤ ਡਿਵੈਲਪ ਹੋ ਗਿਆ ਹੈ, ਕੁੰਡਲੀ ਦਾ ਏਰੀਆ ਡਿਵੈਲਪ ਹੋ ਗਿਆ ਹੈ। ਤਾਂ ਜੇ ਭੂਗੋਲਿਕ ਸਥਿਤੀ ਕਰਕੇ ਪਾਣੀ ਪੰਜਾਬ ਦੇ ਵਿੱਚ ਹੈਗਾ ਤੇ ਪਾਣੀ ਪੰਜਾਬ ਨੂੰ ਪੂਰਾ ਪੰਜਾਬ ਕੋਲ ਛੱਡਿਆ ਜਾਵੇ ਕਿਉਂਕਿ ਇਹਦੇ ਕੋਲ ਇਹੀ ਫਾਇਦਾ ਸੀ। ਇਹ ਦਲੀਲ ਤਾਂ ਸਗੋਂ ਪੰਜਾਬ ਦੇ ਹੱਕ 'ਚ ਜਾਂਦੀ ਆ, ਉਹਨੂੰ ਭੂਗੋਲਿਕ ਫਾਇਦਾ ਹੋਇਆ, ਇਹਨਾਂ ਨੂੰ ਭੂਗੋਲਿਕ ਸਥਿਤੀ ਕਰਕੇ ਜੋ ਚੀਜ਼ ਮਿਲਦੀ ਆ ਇਹਨਾਂ ਨੂੰ ਮਿਲਣੀ ਚਾਹੀਦੀ ਆ। ਸੋ ਇਹ ਚੀਜ਼ ਨੂੰ ਇਹ ਕਹਿ ਦੇਣਾ ਕਿ ਇਹ ਠੀਕ ਹੋਇਆ ਗਲਤ ਹੋਇਆ ਇਹ ਕੇਂਦਰ ਸਰਕਾਰ ਦੀ ਨੀਤੀ ਨਾਲ ਹੋਇਆ। ਸਗੋਂ ਉਸ ਨੀਤੀ ਨਾਲ ਜੋ ਪੰਜਾਬੀ ਸੂਬਾ ਬਣਨਾ ਚਾਹੀਦਾ ਸੀ ਉਹਦੇ ਨਾਲ ਪੰਜਾਬੀਆਂ ਨੂੰ ਬਹੁਤ ਦੇਰ ਸਟਰਗਲ ਕਰਨੀ ਪਈ ਹੈ। ਔਰ ਜਦੋਂ ਬਣਾਉਣ ਦੀ ਗੱਲ ਹੋਈ ਉਹਨਾਂ ਦੀ ਰਾਜਧਾਨੀ ਵੀ ਖੋਹੀ ਗਈ। ਈਵਨ ਕਾਂਗੜਾ ਜਿਹੜਾ ਹੈਗਾ ਸੀ ਉੱਥੇ ਉਹਦੀ ਕਾਂਗੜੀ ਬੋਲੀ ਨੂੰ ਅੱਜ ਤੱਕ ਭਾਸ਼ਾ ਦੇ ਜਿਹੜੇ ਮਾਹਰ ਨੇ ਉਹਨਾਂ ਨੂੰ ਪੰਜਾਬੀ ਦੀ ਉਪ ਬੋਲੀ ਮੰਨਦੇ ਨੇ, ਉਹਨੂੰ ਬਾਹਰ ਰੱਖ ਦਿੱਤਾ ਗਿਆ। ਅੰਬਾਲਾ ਸ਼ਾਹਬਾਦ ਦਾ ਇਲਾਕਾ ਜਿੱਥੇ ਬਹੁਤ ਪੰਜਾਬੀ
ਪਿਹੋਵੇ ਦਾ ਇਲਾਕਾ ਜਿੱਥੇ ਬਹੁਤ ਜ਼ਿਆਦਾ ਪੰਜਾਬੀ ਲੋਕ ਬੈਠੇ ਨੇ ਤੇ ਪੰਜਾਬੀ ਅੱਜ ਵੀ ਉੱਥੇ ਜਾਓ ਤਾਂ ਤੁਹਾਨੂੰ ਪੰਜਾਬੀ ਬੋਲਦੇ ਹੀ ਬਹੁਤਾਤ ਪਿੰਡਾਂ ਵਿੱਚ ਮਿਲੇਗੀ। ਉਹਨਾਂ ਨੂੰ ਸਾਰਿਆਂ ਨੂੰ ਇੱਕ ਸਾਜ਼ਿਸ਼ ਅਧੀਨ ਪੰਜਾਬ ਤੋਂ ਬਾਹਰ ਰੱਖ ਲਿਆ ਗਿਆ। ਸੋ ਇਹ ਉਹਨਾਂ ਨੇਤਾਵਾਂ ਦੀ ਜਿਹੜੀ ਹੈਗੀ ਕਮਨਲ ਸੋਚ ਹੈ ਜਿਹਨੇ ਨੁਕਸਾਨ ਕੀਤਾ, ਨਾ ਕਿ ਪੰਜਾਬੀ ਸੂਬਾ ਬਣਨ ਨੇ ਕੋਈ ਨੁਕਸਾਨ ਕੀਤਾ। ਜੇ ਅਸੀਂ ਭਾਸ਼ਾ ਦੇ ਆਧਾਰ ਤੇ ਸੂਬੇ ਵੰਡਣ ਦੀ ਗੱਲ ਕਰੀਏ ਤੇ ਸਿਰਸਾ ਜਾਂ ਅੰਬਾਲਾ ਜਾਂ ਹੋਰ ਪੰਜਾਬੀ ਬੋਲਣ ਵਾਲੇ ਏਰੀਆ ਨੂੰ ਪੰਜਾਬ 'ਚ ਕਿਉਂ ਨਹੀਂ ਰੱਖਿਆ ਗਿਆ? ਇਹ ਸਵਾਲ ਸ਼ਾਇਦ ਹਮੇਸ਼ਾ ਹੀ ਪੰਜਾਬ ਤੇ ਪੰਜਾਬੀ ਨੈਸ਼ਨਲ ਗਵਰਨਮੈਂਟ ਕੋਲ ਜਾਂ ਇੰਡੀਆ ਤੋਂ ਇਹ ਸਵਾਲ ਪੁੱਛਦੇ ਰਹਿਣਗੇ। ਸਬਦੀਪ ਜੀ, ਤੁਹਾਡੇ ਤੋਂ ਪੁੱਛਣਾ ਚਾਹੁੰਦਾ ਹੈ ਕਿ ਭਾਸ਼ਾ ਦੇ ਆਧਾਰ ਤੇ ਡਿਵੀਜ਼ਨ ਸਹੀ ਹੈ ਜਾਂ ਨਹੀਂ, ਤੇ ਜੋ ਪੰਜਾਬ ਨਾਲ ਵੰਡ ਕੀਤੀ ਗਈ ਉਹਦੇ ਵਿੱਚ ਕੀ ਤੁਹਾਡੇ ਹਿਸਾਬ ਨਾਲ ਵਿਤਕਰੇ ਕੀਤੇ ਗਏ ਜਾਂ ਨਹੀਂ? ਪਹਿਲੀ ਗੱਲ ਤੇ ਹਰਪ੍ਰੀਤ ਜੀ ਇਹ ਹੈ ਕਿ ਮੇਰੀ ਗੱਲ ਜ਼ਿਆਦਾ ਲੰਬੀ ਨਾ ਹੋ ਜਾਵੇ, ਮੈਂ ਪੂਰੀ ਕੋਸ਼ਿਸ਼ ਕਰਾਂਗਾ ਗੱਲ ਨੂੰ ਸੰਖੇਪ ਰੱਖਣ ਦੀ। ਜਦੋਂ ਦੇਸ਼ ਦੇ ਵਿੱਚ ਆਜ਼ਾਦੀ ਦਾ ਅੰਦੋਲਨ ਚੱਲ ਰਿਹਾ ਸੀ, ਕਾਂਗਰਸ ਮੁੱਢਲੇ ਰੂਪ ਦੇ ਵਿੱਚ ਡੋਮੀਨੀਅਨ ਸਟੇਟ ਦੇ ਉੱਤੇ ਖੜੀ ਸੀ, ਆਜ਼ਾਦੀ ਉਹਦਾ ਏਜੰਡਾ ਨਹੀਂ ਸੀ। ਪਰ ਇਸੇ ਸਮੇਂ ਦਰਮਿਆਨ ਬਹੁਤ ਸਾਰੀਆਂ ਆਵਾਜ਼ਾਂ ਇਹ ਉੱਠਣ ਲੱਗ ਪਈਆਂ ਕਿ ਅਸੀਂ ਬ੍ਰਿਟਿਸ਼ ਹਕੂਮਤ ਨੂੰ ਖਤਮ ਕਰਕੇ ਭਾਰਤੀ ਲੋਕਾਂ ਦਾ ਰਾਜ ਸਥਾਪਿਤ ਕਰਨਾ ਤੇ ਉਸ ਰਾਜ ਦੇ ਵਿੱਚ ਅਸੀਂ ਆਪਣੇ ਤਰੀਕੇ ਦੇ ਨਾਲ ਦੇਸ਼ ਨੂੰ ਡਿਜ਼ਾਈਨ ਕਰਾਂਗੇ, ਆਪਣੇ ਤਰੀਕੇ ਦੇ ਨਾਲ ਦੇਸ਼ ਦਾ ਜਿਹੜਾ ਪ੍ਰਸ਼ਾਸਨ ਹੈ ਉਹ ਚਲਾਇਆ ਜਾਵੇਗਾ। ਇਹ ਪ੍ਰਸ਼ਾਸਨ ਜਿਵੇਂ ਬ੍ਰਿਟਿਸ਼ ਲੋੜਾਂ ਦੇ ਮੁਤਾਬਕ ਚਲਾਇਆ ਜਾ ਰਿਹਾ, ਜਿਵੇਂ ਉਸ ਕੰਪਨੀ ਦੇ ਆਧਾਰ ਦੇ ਉੱਤੇ ਚਲਾਇਆ ਜਾ ਰਿਹਾ ਜਿਹਨੇ ਪਹਿਲੀ ਵਾਰ ਹਿੰਦੁਸਤਾਨ ਦੇ ਉੱਤੇ ਵਪਾਰਕ ਨਜ਼ਰੀਏ ਨਾਲ ਆ ਕੇ ਕਬਜ਼ਾ ਕਰ ਲਿਆ ਪੋਲੀਟੀਕਲੀ, ਉਹਦੇ ਆਧਾਰ ਤੇ ਨਹੀਂ ਚਲਾਇਆ ਜਾਵੇਗਾ। ਹੌਲੀ ਹੌਲੀ ਜਦੋਂ 1917 ਦੇ ਵਿੱਚ ਰੂਸੀ ਕ੍ਰਾਂਤੀ ਹੋਈ ਤਾਂ ਹਿੰਦੁਸਤਾਨ ਦੇ ਵਿੱਚ ਵੀ ਉਹਦੇ ਵਿਚਾਰਾਂ ਦਾ ਪ੍ਰਸਾਰ ਸ਼ੁਰੂ ਹੋ ਗਿਆ ਤੇ 1928 ਦੇ ਵਿੱਚ ਮੇਰਠ ਸਾਜ਼ਿਸ਼ ਕੇਸ ਦੀ ਸ਼ਕਲ ਦੇ ਵਿੱਚ ਕਮਿਊਨਿਸਟ ਹੋਣ ਦੇ ਗੁਨਾਹ ਬਦਲੇ ਕੁਝ ਨੇਤਾਵਾਂ ਦੇ ਉੱਤੇ ਕੇਸ ਚਲਾਏ ਗਏ, ਜਿਨ੍ਹਾਂ ਦੇ ਵਿੱਚ ਸਾਡੇ ਪੰਜਾਬੀ ਸੋਹਣ ਸਿੰਘ ਜੋਸ਼ ਵੀ ਸ਼ਾਮਲ ਸਨ, ਜਿਨ੍ਹਾਂ ਨੇ ਕਿਰਤੀ ਮੈਗਜ਼ੀਨ ਦੇ ਲਈ ਵੀ ਕੰਮ ਕੀਤਾ ਸੀ, ਜਾਂ ਕਿਰਤੀ ਦੇ ਲਈ ਜਿਹੜਾ ਪਹਿਲਾ ਪੰਜਾਬੀ ਭਾਸ਼ਾ ਦੇ ਵਿੱਚ ਕਮਿਊਨਿਸਟ ਪੱਖੀ ਪਰਚਾ ਕਿਹਾ ਜਾ ਸਕਦਾ, ਮੈਂ ਕਮਿਊਨਿਸਟ ਪਰਚਾ ਨਹੀਂ ਕਹਿ ਰਿਹਾ, ਉਹਨੂੰ ਕਮਿਊਨਿਸਟ ਪੱਖੀ ਪਰਚਾ ਕਹਿਣ ਦਾ ਯਤਨ ਕਰ ਰਿਹਾ, ਉਹਨੂੰ ਸਮਝਣ ਦਾ ਯਤਨ ਕੀਤਾ ਜਾਵੇ। ਉਸ ਤੋਂ ਬਾਅਦ ਨਾਲ ਦੀ ਨਾਲ ਭਗਤ ਸਿੰਘ ਹੋਣਾ ਵਾਲਾ ਕੇਸ ਵੀ ਚੱਲ ਰਿਹਾ ਸੀ, ਇਹਨਾਂ ਦੋਨਾਂ ਕੇਸਾਂ ਨੇ ਇਨਕਲਾਬ ਦਾ ਸਵਾਲ ਏਜੰਡੇ ਉੱਤੇ ਲੈ ਆਇਆ। ਹੁਣ ਕਾਂਗਰਸ ਕੋਲੇ ਇਨਕਲਾਬ ਦੇ ਜਵਾਬ ਦੇ ਵਿੱਚ ਮੁਕੰਮਲ ਆਜ਼ਾਦੀ ਤੋਂ ਸਿਵਾ ਕੋਈ ਚੀਜ਼ ਨਹੀਂ ਸੀ ਬਚਦੀ। ਇਸ ਕਰਕੇ 1929 ਦੇ ਵਿੱਚ ਜਦੋਂ ਪਹਿਲੀ ਵਾਰ ਪੰਡਿਤ ਨਹਿਰੂ ਨੂੰ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ, ਜਿਹੜੇ ਉਸ ਉਮਰ ਦੇ ਵਿੱਚ ਨੌਜਵਾਨ ਨੇਤਾ ਹੀ ਕਹੇ ਜਾਣੇ ਚਾਹੀਦੇ ਨੇ, ਤਾਂ ਉਦੋਂ ਇਹ ਮੁਕੰਮਲ ਆਜ਼ਾਦੀ ਦਾ ਐਲਾਨ ਵੀ ਰਾਵੀ ਦੇ ਕੰਢੇ ਦੇ ਉੱਤੇ ਕਰ ਦਿੱਤਾ ਗਿਆ ਤੇ ਨਾਲ ਹੀ ਇਹ ਐਲਾਨ ਕਰ ਦਿੱਤਾ ਗਿਆ ਕਿ ਜਦੋਂ ਦੇਸ਼ ਆਜ਼ਾਦ ਹੋਏਗਾ ਅਸੀਂ ਭਾਸ਼ਾ ਦੇ ਆਧਾਰ ਉੱਤੇ ਸੂਬਾਬੰਦੀ ਕਰਾਂਗੇ, ਕਿਉਂਕਿ ਭਾਰਤ ਦੀ ਵੰਨ ਸਵੰਨਤਾ, ਭਾਰਤ ਦਾ ਕਲਚਰ, ਭਾਰਤ ਦੇ ਲੋਕਾਂ ਦੀਆਂ ਮਾਨਤਾਵਾਂ ਉਸ ਭਾਸ਼ਾ ਦੇ ਰਾਹੀਂ ਵਧੇਰੇ ਵਿਕਸਿਤ ਰੂਪ ਦੇ ਵਿੱਚ ਉੱਭਰ ਸਕਣਗੀਆਂ ਤੇ ਉਹ ਆਪਣੀ ਸਪੇਸ ਸਮਾਜ ਦੇ ਵਿੱਚ, ਕਲਚਰ ਦੇ ਵਿੱਚ ਉਹਨੂੰ ਸਾਂਭਣ ਦੇ ਵਿੱਚ, ਉਹਨੂੰ ਵਿਕਸਿਤ ਕਰਨ ਦੇ ਵਿੱਚ ਰੋਲ ਪਲੇ ਕਰ ਸਕਣਗੀਆਂ। ਬਦਕਿਸਮਤੀ ਨਾਲ ਜਦੋਂ ਦੇਸ਼ ਦੀ ਆਜ਼ਾਦੀ ਹੋਈ ਤਾਂ ਦੋ ਰਾਜਾਂ ਨੂੰ ਅੰਦੋਲਨ ਦਾ ਸਾਹਮਣਾ ਕਰਨਾ ਪਿਆ। ਉਹਦੇ ਵਿੱਚ ਪਹਿਲਾ ਰਾਜ ਸੀ ਆਂਧਰਾ ਪ੍ਰਦੇਸ਼। ਆਂਧਰਾ ਪ੍ਰਦੇਸ਼ ਦੇ ਵਿੱਚ ਤੇਲੰਗਾਨਾ ਨੂੰ ਧੱਕੇ ਦੇ ਨਾਲ ਮਿਲਾ ਦਿੱਤਾ ਗਿਆ। ਇਹ ਵੀ ਇੱਕ ਮੁੱਦਾ ਬਣ ਗਿਆ। ਆਂਧਰਾ ਪ੍ਰਦੇਸ਼ ਦੀ ਸਥਾਪਨਾ ਲਈ ਪਹਿਲੀ ਵਾਰ ਵੱਡਾ ਅੰਦੋਲਨ ਕੀਤਾ ਗਿਆ ਤੇ ਆਂਧਰਾ ਪ੍ਰਦੇਸ਼ ਦੇ ਵਿੱਚ ਤੇਲੰਗਾਨਾ ਦਾ ਹਿੱਸਾ ਜਿਹੜਾ ਕਮਿਊਨਿਸਟਾਂ ਦੀ ਬਗਾਵਤ ਕਰਕੇ ਰਾਜਾਸ਼ਾਹੀ ਕੋਲੋਂ ਨਹਿਰੂ ਦੀ ਸਰਕਾਰ ਨੇ ਖੋਇਆ ਸੀ, ਉਹਨੂੰ ਵੀ ਇੱਕ ਤਰ੍ਹਾਂ ਨਾਲ ਤਿੰਨ ਰਾਜਾਂ ਦੇ ਵਿੱਚ ਵੰਡ ਦਿੱਤਾ ਗਿਆ। ਉਹ ਹੁਣ ਵੀ ਪੂਰੇ ਆਂਧਰਾ ਜਿਹੜਾ ਤੇਲੰਗਾਨਾ ਖੇਤਰ ਜਿਹੜਾ ਪੁਰਾਣਾ ਸੀ ਨਿਜ਼ਾਮ ਵਾਲਾ, ਉਹ ਪੂਰੇ ਦਾ ਪੂਰੇ ਆਂਧਰਾ ਚ ਨਹੀਂ ਹੈ। ਮੈਂ ਉਹਦੀ ਡਿਟੇਲ ਚ ਨਹੀਂ ਜਾਂਦਾ। ਜਾਣ ਬੁੱਝ ਕੇ ਉਹ ਵੀ ਇੱਕ ਸਾਜ਼ਿਸ਼ ਕੀਤੀ ਗਈ ਤੇਲੰਗਾਨਾ ਦੇ ਲੋਕਾਂ ਨਾਲ, ਕਿਉਂਕਿ ਉਹ ਇੱਕ ਮੁੱਠ ਹੋ ਕੇ ਅੰਦੋਲਨ ਕਰ ਰਿਹਾ ਸੀ ਜਿਹੜਾ ਨਹਿਰੂ ਨੂੰ ਪਸੰਦ ਨਹੀਂ ਸੀ। ਪੰਜਾਬ ਦੇ ਵਿੱਚ ਆ ਕੇ ਪੋਜੀਸ਼ਨ ਹੋਰ ਵੀ ਖਰਾਬ ਹੋ ਗਈ ਜਦੋਂ ਪਹਿਲੀ ਵਾਰ ਪੰਜਾਬ ਦੇ ਲੋਕਾਂ ਨੇ ਇਹ ਮੰਗ ਉਠਾਈ ਕਿ ਸਾਨੂੰ ਭਾਸ਼ਾ ਦੇ ਆਧਾਰ ਦੇ ਉੱਤੇ ਸੂਬਾ ਦਿੱਤਾ ਜਾਵੇ। ਉਸ ਵੇਲੇ ਕਾਂਗਰਸ ਦੇ ਅੰਦਰ ਬਹੁਤ ਵੱਡਾ ਹਿੱਸਾ ਆਰੀਆ ਸਮਾਜੀਆਂ ਦਾ ਵੀ ਸੀ, ਜਿਹੜੇ ਲੋਕ ਪੰਜਾਬੀ ਨੂੰ ਆਪਣੀ ਮਾਂ ਬੋਲੀ ਸਵੀਕਾਰ ਕਰਨ ਤੋਂ ਗੁਰੇਜ਼ ਕਰਦੇ ਸੀ, ਹਾਲਾਂਕਿ ਬੋਲਦੇ ਉਹ ਪੰਜਾਬੀ ਹੀ ਸਨ। ਦੂਜੇ ਪਾਸੇ ਇਹ ਵੀ ਇੱਕ ਬਹੁਤ ਇੰਟਰਸਟਿੰਗ ਸਵਾਲ ਹੈ ਕਿ ਜਿਹੜਾ ਆਰੀਆ ਸਮਾਜ ਹਿੰਦੂ ਧਰਮ ਦੇ ਅੰਦਰ
ਅੰਧ ਵਿਸ਼ਵਾਸਾਂ ਦੇ ਖਿਲਾਫ ਲੌਜਿਕ ਦੇ ਉੱਤੇ ਖੜਾ ਹੋ ਕੇ ਤਿਆਰ ਕੀਤਾ ਗਿਆ ਸੀ। ਪੰਜਾਬ ਦੇ ਵਿੱਚ ਭਾਸ਼ਾ ਦੇ ਆਧਾਰ ਦੇ ਉੱਤੇ ਉਹ ਬਿਲਕੁਲ ਹੀ ਤਰਕਹੀਣ ਸਿੱਟੇ ਦੇ ਉੱਤੇ ਪਹੁੰਚ ਗਿਆ ਕਿ ਹਿੰਦੂਆਂ ਦੀ ਬੋਲੀ ਹਿੰਦੀ ਹੋਵੇਗੀ ਤੇ ਸਿੱਖਾਂ ਦੀ ਬੋਲੀ ਪੰਜਾਬੀ ਹੋਏਗੀ। ਔਰ ਇਸੇ ਤਰ੍ਹਾਂ ਅਸਲ ਦੇ ਵਿੱਚ ਆਜ਼ਾਦੀ ਤੋਂ ਪਹਿਲਾਂ ਵੀ ਇਹ ਗੱਲ ਸਾਡੀ ਬਦਕਿਸਮਤੀ ਹੀ ਕਹਿਣੀ ਚਾਹੀਦੀ ਹੈ ਕਿ ਗੁਰਦੁਆਰੇ 'ਚ ਸਿਰਫ ਗੁਰਮੁਖੀ ਪੜ੍ਹਾਈ ਜਾਂਦੀ ਸੀ, ਮਸਜਿਦ ਦੇ ਵਿੱਚ ਸਿਰਫ ਉਰਦੂ ਜਾਂ ਸ਼ਾਹਮੁਖੀ ਪੜ੍ਹਾਈ ਜਾਂਦੀ ਸੀ ਕਿਉਂਕਿ ਉਹਨਾਂ ਦਾ ਧਾਰਮਿਕ ਗ੍ਰੰਥ ਉਸ ਲਿਪੀ ਵਿੱਚ ਮਿਲਦਾ, ਤੇ ਜਿਹੜੇ ਮੰਦਿਰਾਂ ਦੇ ਵਿੱਚ ਜਾਂ ਹੋਰ ਵਿਦਿਆਲਿਆਂ ਦੇ ਵਿੱਚ ਪੜ੍ਹਾਇਆ ਜਾਂਦਾ ਸੀ ਉੱਥੇ ਪਹਿਲ ਹਿੰਦੀ ਨੂੰ ਦਿੱਤੀ ਜਾਂਦੀ ਸੀ। ਇਹ ਆਜ਼ਾਦੀ ਦੇ ਅੰਦੋਲਨ ਦੇ ਦਰਮਿਆਨ ਹੀ ਵਾਪਰ ਗਿਆ, ਜਿਹੜਾ ਸਿੱਟਾ ਸਾਨੂੰ ਪੰਜਾਬ ਦੇ ਅੰਦੋਲਨ ਦੇ ਵਿੱਚ ਵੀ ਭੋਗਣਾ ਪਿਆ। ਉਸ ਤੋਂ ਬਾਅਦ ਜਦੋਂ ਦੇਸ਼ ਦੀ ਆਜ਼ਾਦੀ ਦੇ ਬਾਅਦ ਇੰਨਾ ਵੱਡਾ ਅੰਦੋਲਨ ਜਿਹੜਾ ਪੈਦਾ ਹੋਇਆ, ਉਹਨੂੰ ਕੁਦਰਤੀ ਤੌਰ ਦੇ ਉੱਤੇ ਅਕਾਲੀਆਂ ਨੇ ਹੀ ਉਠਾਇਆ। ਅਕਾਲੀਆਂ ਦੀ ਇਸ ਗੱਲ ਲਈ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ ਕਿ ਉਹਨਾਂ ਨੇ ਭਾਸ਼ਾ ਦੇ ਆਧਾਰ ਦੇ ਉੱਤੇ ਸੂਬੇ ਦੀ ਮੰਗ ਕੀਤੀ। ਪਰ ਇੱਕ ਸੱਚਾਈ ਇਸ ਦੀ ਮੰਨਣੀ ਪਵੇਗੀ ਕਿ ਅਕਾਲੀ ਦਲ ਜਿਹੜਾ ਭਾਸ਼ਾ ਦੇ ਆਧਾਰ ਦੇ ਉੱਤੇ ਸੂਬਾ ਬਣਾਉਣ ਦੀ ਮੰਗ ਕਰ ਰਿਹਾ ਸੀ, ਉਹਦੇ ਬਹੁਤ ਸਾਰੇ ਨੇਤਾ ਮਰਨ ਵਰਤ ਰੱਖ ਕੇ ਮਰਨ ਵਰਤ ਤੋੜ ਦਿੰਦੇ ਸੀ ਪੰਜਾਬੀ ਭਾਸ਼ਾ ਦੇ ਹੱਕ ਦੇ ਵਿੱਚ। ਇਹ ਵੀ ਇੱਕ ਅਜੀਬ ਗੱਲ ਹੀ ਪੰਜਾਬ ਦੇ ਹੱਕ ਦੇ ਵਿੱਚ ਹੋਏਗੀ ਕਿ ਦਰਸ਼ਨ ਸਿੰਘ ਫੇਰੂਮਾਨ ਜਿਨ੍ਹਾਂ ਨੇ ਪੰਜਾਬੀ ਭਾਸ਼ਾ ਲਈ ਕੁਰਬਾਨੀ ਦਿੱਤੀ, ਪੰਜਾਬੀ ਸੂਬਾ ਸਥਾਪਿਤ ਕਰਨ ਲਈ ਕੁਰਬਾਨੀ ਦਿੱਤੀ, ਲੰਮੀ ਭੁੱਖ ਹੜਤਾਲ ਰੱਖ ਕੇ, ਉਹ ਅਕਾਲੀ ਨਹੀਂ ਸਨ, ਉਹ ਕਾਂਗਰਸੀ ਸਨ। ਉਹ ਕਾਂਗਰਸ ਦੀ ਉਸ ਜਮਾਤ ਦੀ ਨੁਮਾਇੰਦਗੀ ਕਰਦੇ ਸਨ ਜਿਹੜੀ ਜਮਾਤ 1929 ਵਿੱਚ ਕੀਤੇ ਹੋਏ ਐਲਾਨ ਦੀ ਪੈਰਵਾਈ ਕਰਦੇ ਹੋਏ ਭਾਸ਼ਾ ਆਧਾਰਿਤ ਸੂਬਾ ਬਣਾਉਣਾ ਚਾਹੁੰਦੀ ਸੀ। ਇਹ ਬਾਕੀ ਦੇ ਤਾਂ ਸੜ ਮਰਨ ਦਾ ਦਾਅਵਾ ਕਰਦੇ ਸੀ, ਚਿਖਾ ਵੀ ਭਖਾ ਲਈ ਜਾਂਦੀ ਸੀ ਪਰ ਛਾਲ ਨਹੀਂ ਸੀ ਉਹਦੇ 'ਚ ਕਦੇ ਵੀ ਮਾਰੀ ਜਾਂਦੀ। ਇਸ ਕਿਸਮ ਦੀ ਅਕਾਲੀਆਂ ਦੀ ਨੀਤੀ ਸੀ। ਜਦੋਂ ਪੰਜਾਬੀ ਸੂਬਾ ਬਣਨ ਲੱਗਾ, ਜਦੋਂ ਜਾਣ ਬੁੱਝ ਕੇ ਸਰਕਾਰ ਨੇ ਪੰਜਾਬੀ ਬੋਲਦੇ ਇਲਾਕੇ ਹਰਿਆਣਾ ਹਿਮਾਚਲ ਦੋਨਾਂ ਰਾਜਾਂ ਦੇ ਵਿੱਚ ਰੱਖ ਲਏ, ਉਦੋਂ ਵੀ ਅਕਾਲੀ ਦਲ ਨੇ ਇੱਕ ਨੀਅਤ ਦੇ ਨਾਲ ਉਹਨਾਂ ਇਲਾਕਿਆਂ ਦੀ ਲੜਾਈ ਖੁੱਲ੍ਹ ਕੇ ਨਹੀਂ ਲੜੀ, ਪੰਜਾਬੀ ਭਾਸ਼ਾ ਦੇ ਆਧਾਰ ਤੇ ਅੰਦੋਲਨ ਕੀਤਾ। ਪਰ ਉਦੋਂ ਪੰਜਾਬੀ ਦੀ ਲੜਾਈ ਲੜਨ ਦੀ ਬਜਾਏ ਇਹ ਸੋਚ ਲਿਆ ਕਿ ਸਿੱਖ ਬਹੁਤ ਗਿਣਤੀ ਵਾਲਾ ਸੂਬਾ ਬਣਾਏ ਬਿਨਾਂ ਸਾਡੇ ਮਸਲੇ ਹੱਲ ਨਹੀਂ ਹੋਣੇ, ਕਿਉਂਕਿ ਤੁਹਾਨੂੰ ਜੇ ਯਾਦ ਹੋਵੇ ਤਾਂ ਅਕਾਲੀ ਦਲ ਨੇ ਇੱਕ ਦੌਰ ਦੇ ਵਿੱਚ ਇਹ ਤੈਅ ਕਰ ਲਿਆ ਸੀ ਕਿ ਸ਼੍ਰੋਮਣੀ ਕਮੇਟੀ ਅਸੀਂ ਵੱਖਰੇ ਤੌਰ ਤੇ ਚਲਾਵਾਂਗੇ ਤੇ ਕਾਂਗਰਸ ਦੇ ਨਾਲ ਰਲ ਕੇ ਅਕਾਲੀ ਦਲ ਨੂੰ ਭੰਗ ਕਰਕੇ ਉਹਦੇ ਵਿੱਚ ਹੀ ਸ਼ਾਮਲ ਹੋ ਜਾਵਾਂਗੇ, ਕਿਉਂਕਿ ਕਾਂਗਰਸ ਸਿੱਖਾਂ ਦਾ ਸਿਆਸੀ ਮੰਚ ਕਾਂਗਰਸ ਹੋਵੇਗਾ ਤੇ ਧਾਰਮਿਕ ਮੰਚ ਉਹਨਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇਗੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਵੀ ਪਹਿਲੀ ਵਾਰ ਅਸੈਂਬਲੀ ਦੇ ਵਿੱਚ ਨੁਮਾਇੰਦਗੀ ਉਸੇ ਨਜ਼ਰੀਏ ਦੇ ਤਹਿਤ ਕੀਤੀ ਸੀ। ਪਹਿਲੀ ਚੋਣ ਉਹਨਾਂ ਦੀ ਕਾਂਗਰਸ ਦੇ ਮੰਚ ਤੋਂ ਹੀ ਲੜੀ ਗਈ ਸੀ। ਬਾਅਦ ਦੇ ਵਿੱਚ ਹਾਲਾਤ ਬਦਲ ਗਏ ਤੇ ਤੁਸੀਂ ਨਵੇਂ ਸਿਰੇ ਤੋਂ ਅਕਾਲੀ ਦਲ ਨੂੰ ਰਿਵਾਈਵ ਕਰਕੇ ਫਿਰ ਅੰਦੋਲਨ ਕੀਤਾ। ਜਦੋਂ ਕਾਂਗਰਸ ਨੂੰ ਅਕਾਲੀ ਦਲ ਨੂੰ ਦੁਬਾਰਾ ਰਿਵਾਈਵ ਕੀਤਾ ਗਿਆ, ਉਦੋਂ ਇੱਕ ਵਾਰੀ ਤੋੜ ਕੇ ਰਿਵਾਈਵ ਹੋਣ ਕਰਕੇ ਉਹ ਕਾਫੀ ਕਮਜ਼ੋਰ ਪੈ ਗਿਆ। ਜਦੋਂ ਬਹੁਤ ਕਮਜ਼ੋਰ ਪੈ ਗਿਆ ਤੇ ਤੁਹਾਨੂੰ ਫਿਰ ਸਿੱਖ ਆਧਾਰਿਤ ਸੂਬਾ ਚਾਹੀਦਾ ਸੀ। ਇਸੇ ਕਰਕੇ ਪੰਜਾਬੀ ਬੋਲਦੇ ਇਲਾਕਿਆਂ ਦੀ ਲੜਾਈ ਨਹੀਂ ਲੜੀ ਗਈ। ਆਖਰੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਕਿ ਜੇ ਭਾਸ਼ਾ ਦੇ ਆਧਾਰ ਦੇ ਉੱਤੇ ਲੜਾਈ ਲੜੀ ਸੀ ਤਾਂ ਫਿਰ ਪੰਜਾਬੀ ਭਾਸ਼ਾ ਦਾ ਵਿਕਾਸ ਹੋਣਾ ਚਾਹੀਦਾ ਸੀ। ਪੰਜਾਬੀ ਸਕੂਲਾਂ ਦੇ ਵਿੱਚ ਪਹਿਲੀ ਕਲਾਸ ਤੋਂ ਲਾਗੂ ਕਰ ਦਿੱਤੀ ਗਈ, ਪਰ 50 ਸਾਲਾਂ ਬਾਅਦ ਵੀ ਪੰਜਾਬ ਦੀ ਸਰਕਾਰ ਨੇ ਐਦਾਂ ਦਾ ਕੋਈ ਕਾਨੂੰਨ ਨਹੀਂ ਬਣਾਇਆ ਜਿਹਦੇ ਆਧਾਰ ਦੇ ਉੱਤੇ ਜੇ ਦਫ਼ਤਰੀ ਕਾਰਵਾਈ ਪੰਜਾਬੀ ਵਿੱਚ ਨਾ ਕੀਤੀ ਜਾਵੇ ਤਾਂ ਉਸ ਅਫਸਰ ਨੂੰ ਕੋਈ ਸਜ਼ਾ ਦਿੱਤੀ ਜਾ ਸਕਦੀ ਹੈ। ਜੇ ਕੋਈ ਅਫਸਰ ਇਹ ਮੰਗ ਕਰ ਲਵੇ ਕਿ ਮੈਂ ਅੰਗਰੇਜ਼ੀ ਵਾਲਾ ਨੋਟ ਹੀ ਪਸੰਦ ਕਰਾਂਗਾ, ਮੈਨੂੰ ਪੰਜਾਬੀ ਦੀ ਜਗ੍ਹਾ ਅੰਗਰੇਜ਼ੀ ਦੇ ਵਿੱਚ ਲਿਖ ਕੇ ਦਿੱਤਾ ਜਾਵੇ, ਉਸ ਅਫਸਰ ਨੂੰ ਕੋਈ ਸਜ਼ਾ ਨਹੀਂ ਮਿਲਦੀ। ਅਕਾਲੀਆਂ ਨੇ ਖੁਦ ਵੀ ਪੰਜਾਬੀ ਭਾਸ਼ਾ ਤੋਂ ਕਿਨਾਰਾ ਕਰ ਲਿਆ। ਇਹ ਇੱਕ ਸੱਚਾਈ ਹੈ, ਇਸ ਸੱਚਾਈ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ। ਫਾਇਦਾ ਇੱਕੋ ਹੀ ਹੋਇਆ ਕਿ ਸਾਡਾ ਭਾਸ਼ਾ ਆਧਾਰਿਤ ਸੂਬਾ ਬਣਿਆ ਤੇ ਨੁਕਸਾਨ ਇੱਕੋ ਸਭ ਤੋਂ ਵੱਡਾ ਅਕਾਲੀ ਦਲ ਨੇ ਕੀਤਾ ਕਿ ਉਹਨੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕਦੇ ਕੋਈ ਕੰਮ ਨਹੀਂ ਕੀਤਾ। ਇਹ ਇੱਕ ਸੱਚਾਈ ਆ। ਇਹ ਕੋਈ ਅੰਨ੍ਹੇਵਾਹ ਅਕਾਲੀ ਦਲ ਦੀ ਸਪੋਰਟ ਕਰਨ ਲਈ ਬੇਸ਼ੱਕ ਇਹਦੀਆਂ ਦਲੀਲਾਂ ਘੜ ਲਵੇ, ਪਰ ਇਸ ਸੱਚਾਈ ਤੋਂ ਅਸੀਂ ਇਨਕਾਰ ਨਹੀਂ ਸਕਦੇ, ਕਿਉਂਕਿ ਰਾਜ ਭਾਸ਼ਾ ਐਕਟ ਹਾਲੇ ਵੀ ਸਜ਼ਾ ਦੀ ਧਾਰਾ ਨੂੰ ਸ਼ਾਮਲ ਨਹੀਂ ਕਰ ਰਿਹਾ। ਔਰ ਪਿਛਲੇ 50 ਸਾਲਾਂ ਤੋਂ ਹੀ ਪੰਜਾਬੀ ਦੇ ਵਿਦਵਾਨ, ਪੰਜਾਬੀ ਦੇ ਚਿੰਤਕ, ਪੰਜਾਬੀ ਦੀਆਂ ਲੇਖਕ ਸਭਾਵਾਂ ਲਗਭਗ ਹਰ ਵਿਧਾਨ ਸਭਾ ਸੈਸ਼ਨ ਦੇ ਵਿੱਚ ਉਹ ਬਾਹਰ ਧਰਨਾ ਲਾਉਂਦੀਆਂ ਪੰਜਾਬੀ ਦੇ ਪੱਖ ਦੇ ਵਿੱਚ, ਔਰ ਹਰ ਵਾਰੀ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਕਿਉਂਕਿ ਲੇਖਕ ਤੇ ਚਿੰਤਕ ਸਭ ਤੋਂ ਛੋਟੀ ਘੱਟ ਗਿਣਤੀ ਨੇ, ਬਾਕੀ ਘੱਟ ਗਿਣਤੀਆਂ ਦਾ ਹੋਰ ਲੈਵਲ ਦੀਆਂ ਨੇ। ਸਭ ਤੋਂ ਛੋਟੀ ਘੱਟ ਗਿਣਤੀ ਦੀ ਕੋਈ ਵੋਟਿੰਗ ਨਹੀਂ ਹੁੰਦੀ, ਇਸ ਕਰਕੇ ਉਹਦੇ ਤੋਂ ਕਿਸੇ ਨੂੰ ਡਰਨ ਦੀ ਜ਼ਰੂਰਤ ਨਹੀਂ। ਨਾ ਉਹ ਤੋਂ ਅਕਾਲੀ ਡਰਦੇ ਨੇ, ਨਾ ਕੈਪਟਨ ਸਾਹਿਬ ਡਰਦੇ ਨੇ, ਤੇ ਨਾ ਮੈਨੂੰ ਲੱਗਦਾ ਕੱਲ੍ਹ ਨੂੰ ਕੇਜਰੀਵਾਲ ਸਾਹਿਬ ਵੀ ਉਹ ਤੋਂ ਡਰਨਗੇ।
ਮੇਰੇ ਨਾਲ ਕਾਲਰ ਜੁੜ ਚੁੱਕੇ ਨੇ। ਸਤਿ ਸ਼੍ਰੀ ਅਕਾਲ ਜੀ। ਲਾਸਟ 4 ਨੰਬਰ ਨੇ 8308। जी मेरी आवाज आती है? आ रही है सर? आती है तो बहुत अच्छी गल है। जे मैं कहानी 1953 तो छेड़ा तो उन्हें बहुत बड़ा टाइम चाहिए, क्योंकि पैप्सी में जब तोड़िया ना ज्ञान सिंह राणे वाले चीफ मिनिस्टर से उस टाइम पैप्सी ने, तो उन्होंने लाभे करके तो फिर ब्रिशपान के हथ च आ गई गल तो कर्नल रघुवीर सिंह ने उत्थे का बना दिता चीफ मिनिस्टर। असल में ब्रिशपान ही इन्हें चलाते सन। और पंजाब में उस टाइम भीम सैन सत्तर जो कि पहला मुख्यमंत्री थी पंजाब के, वो सीगे उदों। तो मास्टर तारा सिंह उन्होंने एक चिट्ठी लिखी नेहरू नूं, ये उदों लिखी थी जदों कि श्रोमणी कमेटी ने वोटां उदों होईयां, और ਉਹਦੇ ਵਿੱਚ ਮੈਨੂੰ ਜਿੱਥੇ ਤੱਕ याद है 132 ਦੇ ਕਰੀਬ ਸੀਟਾਂ ਸੀਗੀਆਂ, ਤੇ ਜਿਹਦੇ ਚੋਂ 112 ਸੀਟਾਂ ਅਕਾਲੀ ਦਲ ਜਿੱਤ ਗਿਆ ਸੀ, ਤੇ ਕਾਂਗਰਸ ਨੇ ਖਾਲਸਾ ਦਲ ਖੜਾ ਕੀਤਾ ਸੀ, ਉਹਨੂੰ ਕੇਵਲ 3 ਸੀਟਾਂ ਮਿਲੀਆਂ ਸੀ। ਜੇ ਲੰਮੀ ਕਹਾਣੀ ਤਾਂ ਇਹ ਬਹੁਤ ਹੋ ਜੂਗੀ, ਲੇਕਿਨ ਮੇਰੇ ਕਹਿਣ ਦਾ ਮਤਲਬ ਨਹਿਰੂ ਨੂੰ ਬੁਲਾਇਆ ਗਿਆ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ, ਤੇ ਹਾਲ ਦੇ ਵਿੱਚ ਉਹਨਾਂ ਨੇ ਬੋਲਣਾ ਸੀਗਾ ਨਹਿਰੂ ਨੇ। ਲੇਕਿਨ ਅਕਾਲੀ ਦਲ ਨੇ ਫੈਸਲਾ ਕਰ ਲਿਆ ਸੀ ਮਾਸਟਰ ਤਾਰਾ ਸਿੰਘ ਦੀ ਕਮਾਨ ਵਿੱਚ ਕਿ ਅਸੀਂ ਗੁਰਦੁਆਰਾ ਸਾਹਿਬ ਦੇ ਹਾਲ ਦੇ ਵਿੱਚ ਸਿਆਸੀ ਜਿਹੜੀ ਸਪੀਚ ਹੈ ਉਹ ਨਹੀਂ ਕਰਨ ਦੇਣੀ। ਔਰ ਇਹਦਾ ਇਹ ਹੈ ਕਿ ਉਦੋਂ ਮਹਾਰਾਜਾ ਯਾਦਵਿੰਦਰ ਸਿੰਘ ਉਹ ਵੀ ਸੀਗੇ, ਤੇ ਦੇਸ਼ਪਾਲ ਹੋਣੀ ਵੀ ਨਾਲ ਹੀ ਸੀਗੇ, ਤੇ ਨਹਿਰੂ ਹੋਣੀ ਪਹੁੰਚ ਗਏ ਉੱਥੇ। ਤੇ ਪਾਬੰਦੀ ਬੜੀ ਸੀ, ਤੇ ਚਿੱਟੇ ਕੱਪੜਿਆਂ 'ਚ ਜ਼ਿਆਦਾ ਪੁਲਿਸ ਹੀ ਸੀਗੀ ਉੱਥੇ। ਔਰ ਉਸ ਤੋਂ ਬਾਅਦ ਕੀ ਹੋਇਆ ਕਿ ਅਗਲੀ ਲਾਈਨ ਦੇ ਵਿੱਚ ਅਕਾਲੀ ਦਲ ਦੇ ਸਰਗਰਮ ਵਰਕਰ ਪਹੁੰਚ ਗਏ। ਜਦੋਂ ਨਹਿਰੂ ਬੋਲਣ ਲੱਗਾ ਨਾ ਤਾਂ ਇੱਕ ਪਾਸੇ ਆਪਣਾ ਮਹਾਰਾਜਾ ਯਾਦਵਿੰਦਰ ਸਿੰਘ ਹੋਣੀ ਖੜ ਗਏ ਨੇ, ਤੇ ਦੂਜੇ ਪਾਸੇ ਕੌਣ ਖੜੇ ਸੀ ਮੈਨੂੰ ਯਾਦ ਨਹੀਂ ਆ ਰਿਹਾ, ਹੁਣ ਖਾ ਰਿਹਾ ਵੀ ਆਓ। ਤੇ ਜਦੋਂ ਉਹ ਅਜੇ ਬੋਲਣਾ ਸ਼ੁਰੂ ਵੀ ਨਹੀਂ ਸੀ ਕੀਤਾ, ਮਾਈਕ ਹੱਥ 'ਚ ਹੀ ਫੜਿਆ ਸੀ, ਤੇ ਉਹਨੇ ਜਕਾਰੇ ਛੱਡ ਦਿੱਤੇ ਦੋ ਸਿੰਘਾਂ ਨੇ, ਉੱਥੇ ਰੌਲਾ ਪੈ ਗਿਆ। ਉਹਦੇ ਬਾਅਦ ਮਾਸਟਰ ਤਾਰਾ ਸਿੰਘ ਉਹਨਾਂ ਨੂੰ ਬੁਲਾਇਆ ਗਿਆ ਉੱਥੇ। ਮੈਂ ਵਿੱਚ ਦੀ ਗੱਲ ਪੂਰੀ ਨਹੀਂ ਕਰਦਾ ਕਿਉਂਕਿ ਟਾਈਮ ਬੜਾ ਘੱਟ ਹੈ, ਤੇ ਮੇਰੇ ਕਹਿਣ ਦਾ ਮਤਲਬ ਮਾਸਟਰ ਤਾਰਾ ਸਿੰਘ ਉਹਨਾਂ ਨੂੰ ਬੁਲਾਇਆ ਗਿਆ। ਉਹਨਾਂ ਨੂੰ ਕਿਹਾ ਕਿ ਮਾਸਟਰ ਜੀ ਤੁਸੀਂ ਬੋਲੋ, ਤੇ ਮਾਸਟਰ ਜੀ ਨੇ ਕਿਹਾ ਕਿ ਮੈਂ ਇੱਥੇ ਸਿਆਸੀ ਗੱਲ ਨਹੀਂ ਕਰਨੀ, ਇਹ ਧਾਰਮਿਕ ਸਟੇਜ ਹੈ, ਇੱਥੇ ਧਾਰਮਿਕ ਗੱਲ ਹੀ ਕਹੀ ਜਾਊਗੀ, ਧਾਰਮਿਕ ਵਾਤਾਵਰਨ ਜਿਹੜਾ ਇਹਦਾ ਰੱਖਿਆ ਜਾਏਗਾ। ਔਰ ਨਹਿਰੂ ਉਦੋਂ ਅੱਛੀ ਤਰ੍ਹਾਂ ਸਭ ਨੂੰ ਪਤਾ ਕਿ ਪੰਜਾਬ ਦੀ ਧਰਤੀ ਤੋਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਜੀਪ 'ਚ ਬਹਿ ਕੇ ਉਹ ਉੱਥੋਂ ਚਲੇ ਗਏ। ਔਰ ਉਸ ਤੋਂ ਬਾਅਦ ਮਾਸਟਰ ਤਾਰਾ ਸਿੰਘ ਉਹਨਾਂ ਨੇ ਇਹਦੇ ਨਾਲ ਦੁਬਾਰਾ ਸਮਝੋ ਬਈ ਪੰਡਿਤ ਨਹਿਰੂ ਨੂੰ ਚਿੱਠੀ ਲਿਖੀ। ਉਹ ਤਾਂ ਨਹਿਰੂ ਦੇ ਆਫਿਸ ਤੋਂ ਇਹ ਜਵਾਬ ਮਿਲਿਆ ਕਿ ਪੰਡਿਤ ਨਹਿਰੂ ਇੰਡੋਨੇਸ਼ੀਆ ਦੇ ਦੌਰੇ 'ਤੇ ਨੇ, ਤੇ ਇਸ ਵਾਸਤੇ ਤੁਸੀਂ ਭੀਮ ਸੈਨ ਸੱਤਰ ਉਹਨਾਂ ਨੂੰ ਮਿਲ ਲਓ। ਤੇ PM ਨੂੰ ਜਦ ਮਿਲੇ ਤਾਂ ਭੀਮ ਸੈਨ ਸੱਤਰ ਦੀ ਪਹਿਲਾਂ ਹੀ ਜਿਹੜੀ ਗੱਲ ਜਿਹੜੀ ਮਿੱਟੀ ਸੀਗੀ, ਤੇ ਮਾਸਟਰ ਜੀ ਨੇ ਕਿਹਾ ਕਿ ਅਸੀਂ ਇੰਨੀਆਂ ਸੀਟਾਂ ਜਿਹੜੀਆਂ ਜਿੱਤਣੀਆਂ ਵੀ ਸਾਨੂੰ ਪੰਜਾਬੀ ਜ਼ਬਾਨ ਦੇ ਆਧਾਰ 'ਤੇ ਜਿਹੜਾ ਸੂਬਾ ਸਾਡਾ ਹੱਕ ਬਣਦਾ ਇਹ ਸਾਨੂੰ ਦੇਣਾ ਬਣਦਾ। ਤੇ ਭੀਮ ਸੈਨ ਸੱਤਰ ਨੇ ਸਾਰੀ ਗੱਲ ਨੂੰ ਇੱਕ ਪਾਸੇ ਰੱਖ ਕੇ ਕਿ ਤੁਸੀਂ ਪੰਜਾਬੀ ਸੂਬਾ ਨਹੀਂ ਮੰਗਦੇ, ਸਿੱਖ ਸਟੇਟ ਮੰਗ ਰਹੇ ਹੋ। ਤੇ ਉਹ ਗੱਲ ਘਾਵੇ ਮਾਈ ਦੀ ਪੈ ਗਈ, ਤੇ ਮਾਸਟਰ ਜੀ ਉੱਥੋਂ ਸਮਝੋ ਇੱਕ ਕਿਸਮ ਨੂੰ ਨਾਰਾਜ਼ ਹੋ ਕੇ ਆ ਗਏ। ਹੁਣ ਮੈਂ ਮੇਰੇ ਗੱਲ ਮੁਕਾਉਣਾ ਕਿ ਜੇ ਪੰਜਾਬੀ ਬੋਲੀ ਦੇ ਆਧਾਰ 'ਤੇ ਜੇ ਸਾਊਥ ਦੀ ਗੱਲ ਆਪਾਂ ਕਰੀਏ ਤਾਂ ਉੱਥੇ ਵੀ ਚਲੋ ਇਹ ਰੌਲਾ ਪੈਂਦਾ ਰਿਹਾ। ਈਵਨ ਆਂਧਰਾ ਪ੍ਰਦੇਸ਼ ਦਾ ਤੇਲਗੂ ਬੋਲਦੇ ਸੀ, ਤੇ ਮਦਰਾਸ ਵਾਲੇ ਤਾਮਿਲ ਬੋਲਦੇ ਸੀ, ਪਰ ਕੇਰਲਾ ਵਾਲੇ ਮਲਿਆਲੀ ਬੋਲਦੇ ਸੀ, ਉਹਨਾਂ ਨੂੰ ਮਿਲ ਗਿਆ। ਤੇ ਈਸਟਰਨ ਸਾਈਡ 'ਤੇ ਵੀ ਰੌਲਾ ਪੈਂਦਾ ਰਿਹਾ। ਅਰੁਣਾਚਲ ਪ੍ਰਦੇਸ਼ ਦੀ ਗੱਲ ਹੋਈ, ਮਣੀਪੁਰ ਦੀ ਗੱਲ ਹੋਈ, ਚਲੋ ਇਹ ਨਹੀਂ ਆਈ, ਮੈਂ ਇੱਧਰ ਨਹੀਂ ਜਾਂਦਾ। ਸਵਾਲ ਇਸ ਚੀਜ਼ ਹੈ ਜੇ ਪੰਜਾਬੀ ਸੂਬਾ ਇਨਸਾਫ ਨੂੰ ਸਾਹਮਣੇ ਰੱਖ ਕੇ ਨਿਰਪੱਖ ਤੌਰ 'ਤੇ ਦਿੱਤਾ ਹੁੰਦਾ ਤਾਂ ਦਿੱਲੀ ਵਿੱਚ 80% ਲੋਕ ਉਦੋਂ ਪੰਜਾਬੀ ਬੋਲਦੇ ਸੀ। ਔਰ ਸ਼੍ਰੀ ਗੰਗਾਨਗਰ ਦਾ ਜ਼ਿਲ੍ਹਾ ਸਾਰਾ ਹਰਿਆਣਾ ਜਿਹੜਾ ਅੱਜ ਬਣਿਆ, ਤੇ ਸਾਰਾ ਕਾਂਗੜਾ ਉਦੋਂ ਦਾ ਹੁਣ ਦਾ ਕੀ ਹਿਮਾਚਲ ਇਹਨੂੰ ਕਹਿੰਦੀ, ਇਹਦੇ 'ਚ ਸਾਰੇ ਲੋਕ ਪੰਜਾਬੀ ਬੋਲਦੇ ਸੀ। ਈਵਨ ਜੇ ਦੇਖੀਏ ਤਾਂ ਜੰਮੂ ਤੋਂ ਲੈ ਕੇ ਰਜੌਰੀ, ਅਖਨੂਰ ਔਰ ਪੁੰਛ ਤੱਕ ਮੈਨੂੰ ਯਾਦ ਹੈ ਵੀ ਉੱਥੇ ਤੱਕ ਵੀ ਪੰਜਾਬੀ ਬੋਲਦੇ ਸੀ ਲੋਕ। ਤੇ ਈਵਨ ਇੱਧਰ ਬਨਿਹਾਲ ਉਧਮਪੁਰ ਲੰਘ ਕੇ ਵੀ ਤੇ ਇਹਦੇ ਵੀ ਪੰਜਾਬੀ ਬੋਲਦੇ। ਜੇ ਪੰਜਾਬੀ ਜ਼ਬਾਨ ਦਾ ਸੂਬਾ ਬਣਾਇਆ ਜਾਂਦਾ ਨੇ, ਚਲੋ ਉਹ ਸਟੇਟ ਦੀ ਗੱਲ ਸੀ, ਸਟੇਟ ਨੂੰ ਪਾਸੇ ਰੱਖ ਲਓ। ਤਾਂ ਜਿਹੜੇ ਮੈਂ ਗਿਣਾਏ ਨੇ ਇਲਾਕੇ
ਕਿ ਸਾਰੇ ਪੰਜਾਬੀ ਬੋਲਦੇ ਇਲਾਕੇ ਆਉਣੇ ਸੀ ਤੇ ਇਹਨਾਂ ਨੇ ਤਾਂ ਜਾਣਬੁੱਝ ਕੇ ਇਹ ਸਿੱਖ ਸਟੇਟ ਬਣਾ ਦਿੱਤੀ। ਔਰ ਜਦੋਂ ਇਹਨਾਂ ਦੇ ਹੱਥ ਵਿੱਚ ਰਾਜ ਆਇਆ ਤੇ ਕੇਵਲ ਸਰਦਾਰ ਲక్ష్మణ ਸਿੰਘ ਗਿੱਲ ਉਹਨਾਂ ਨੇ ਇਮਾਨਦਾਰੀ ਨਾਲ ਪੰਜਾਬੀ ਨੂੰ ਲਾਗੂ ਕੀਤਾ। ਉਹ ਤੁਸੀਂ ਆਲਰੇਡੀ ਡਿਸਕਸ ਸ਼ਾਇਦ ਕਰ ਚੁੱਕੇ ਹੋ। ਤੇ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਹੁਣ ਦੀ ਸਰਕਾਰ ਨੇ ਤਾਂ ਪੰਜਾਬੀ ਨੂੰ ਬਿਲਕੁਲ ਹੀ ਅੱਖੋਂ ਉਹਨੇ ਕਰ ਦਿੱਤਾ ਹੈ ਤੇ ਇਹ ਸਿਰਫ ਪੰਜਾਬੀ ਬੋਲੀ ਜਿਹੜੀ ਹੈ ਇਹਦੀ ਮਹੱਤਤਾ, ਇਹਦੀ ਸ਼ਾਨੋ ਸ਼ੌਕਤ ਇਹ ਕਿਵੇਂ ਰਹੂਗੀ? ਇਹ ਬਹੁਤ ਗੱਲਾਂ ਨੇ। ਤੇ ਇੰਨਾ ਸਮਾਂ ਦੇਣ ਦਾ ਤੁਹਾਡਾ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ। ਥੈਂਕ ਯੂ ਸਰ। ਜੇ ਮੈਂ ਇਹ ਕਹਾਂ ਕਿ ਪੰਜਾਬੀ ਸੂਬਾ ਮੰਗਣ ਦੇ ਕਾਰਨ ਹੀ ਹਰਿਆਣਾ ਦੀ ਡਿਮਾਂਡ ਕਿਤੇ ਨਾ ਕਿਤੇ ਜਾਂ ਹਰਿਆਣਾ ਵੀ ਉਹਦੇ ਵਿੱਚੋਂ ਹੀ ਨਿਕਲਿਆ ਤੇ ਸ਼ਾਇਦ ਗਲਤ ਨਹੀਂ ਹੋਊਗਾ ਜਾਂ ਮੇਰੇ ਸਾਥੀ ਪੈਨਲਿਸਟ ਇੱਥੇ ਜਰੂਰ ਕਮੈਂਟ ਕਰ ਸਕਦੇ ਆ। ਪਰ ਅਜੀਤ ਜੀ ਨੇ ਗੱਲ ਕੀਤੀ ਸੀ ਕਿ ਜੇ ਪੰਜਾਬ ਬਣ ਗਿਆ ਤੇ ਵਧੀਆ ਹੋਇਆ, ਪੰਜਾਬ ਆਪਣੇ ਪਾਣੀਆਂ ਦੀ ਮੰਗ ਕਰ ਸਕਦਾ ਹੈ। ਜੇ ਹਰਿਆਣੇ ਦੀ ਵੰਡ ਨਹੀਂ ਹੁੰਦੀ ਤੇ ਸ਼ਾਇਦ ਮੰਗ ਵੀ ਨਹੀਂ ਕਰ ਸਕਦਾ ਸੀ। ਕਿਤੇ ਨਾ ਕਿਤੇ ਟੈਕਨੀਕਲੀ ਅਜੀਤ ਜੀ ਬਿਲਕੁਲ ਸਹੀ ਨੇ। ਪਰ ਜੇ ਮੈਂ ਪਾਣੀਆਂ ਦੀ ਗੱਲ ਕਰਾਂ, ਸਿਰਫ 25% ਪੰਜਾਬ ਦਾ ਜੋ ਖੇਤੀਬਾੜੀ ਹੈ ਉਹ ਨਹਿਰਾਂ ਦੇ ਪਾਣੀ ਨਾਲ ਹੁੰਦੀ ਹੈ। 75% ਪੰਜਾਬ ਤੇ ਟਿਊਬਵੈਲ ਦੇ ਪਾਣੀ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਭਾਵੇਂ ਅਜੀਤ ਜੀ ਟੈਕਨੀਕਲ ਸਹੀ ਹੋਣ, ਪਰ ਵੰਡ ਤੋਂ ਬਾਅਦ ਵੀ ਪੰਜਾਬ ਨਾਲ ਇਨਸਾਫ ਨਹੀਂ ਹੋਇਆ। ਬਿਲਕੁਲ ਜੀ, ਮੇਰੇ ਖਿਆਲ ਨਾਲ ਵੰਡ ਹੀ ਸਹੀ ਤਰ੍ਹਾਂ ਨਹੀਂ ਹੋਈ। ਜੇ ਵੰਡ ਸਹੀ ਤਰ੍ਹਾਂ ਹੁੰਦੀ ਤੇ ਸ਼ਾਇਦ ਇਹ ਹਾਲ ਨਾ ਹੁੰਦੇ। ਅਜੀਤ ਜੀ ਬਿਲਕੁਲ ਟੈਕਨੀਕਲੀ ਠੀਕ ਕਹਿ ਰਹੇ ਆ ਕਿ ਜੇ ਇਕੱਠਾ ਹੁੰਦਾ ਹਰਿਆਣਾ ਤੇ ਪੰਜਾਬ ਤੇ ਸ਼ਾਇਦ ਪਾਣੀ ਦੇਣਾ ਪੈਂਦਾ ਤੇ ਕੋਈ ਉਹਨੂੰ ਰੋਕ ਵੀ ਨਹੀਂ ਸਕਦਾ ਸੀਗਾ ਤੇ ਉਦੋਂ ਸ਼ਾਇਦ ਪਾਣੀ ਦਿੰਦੇ, ਕੋਈ ਰੋਕਦਾ ਵੀ ਨਾ। ਪਰ ਗੱਲ ਆ ਕੇ ਉੱਥੇ ਹੀ ਖੜੇ ਹੁੰਦੀ ਹੈ ਕਿ ਜੇ ਸਹੀ ਵਿੱਚ ਤੁਸੀਂ ਸਿੱਖ ਸਟੇਟ ਨਹੀਂ ਬਣਾਉਣਾ ਸੀਗਾ, ਤੁਸੀਂ ਪੰਜਾਬੀ ਬੋਲਣ ਵਾਲੇ ਸਾਰੇ ਹਲਕੇ ਦੇਣੇ ਸੀ, ਜਿੱਦਾਂ ਸਾਡੇ ਕਾਲਰ ਨੇ ਵੀ ਦੱਸਿਆ। ਤੇ ਬਹੁਤ ਏਦਾਂ ਦੇ ਹਲਕੇ ਸੀਗੇ ਜਿਹੜੇ ਪੰਜਾਬ ਦੇ ਕੋਲ ਆਉਣੇ ਚਾਹੀਦੇ ਸੀਗੇ, ਜਿਹਦੇ ਵਿੱਚ ਗੰਗਾ ਨਗਰ, ਸਿਰਸਾ, ਯਮੁਨਾ ਨਗਰ, ਅੰਬਾਲਾ, ਏਦਾਂ ਦੇ ਅਨੇਕਾਂ ਏਦਾਂ ਦੇ ਹਲਕੇ ਸੀਗੇ ਜਿਹੜੇ ਕਿਤੇ ਨਾ ਕਿਤੇ ਪੰਜਾਬ ਨੂੰ ਮਿਲਣੇ ਚਾਹੀਦੇ ਸੀਗੇ। ਉਦੋਂ ਵੰਡ ਸਿਰਫ ਤੇ ਸਿਰਫ ਕਈ ਪੋਲੀਟੀਸ਼ੀਅਨ, ਮੈਂ ਇੱਕ ਪੋਲੀਟੀਕਲ ਪਾਰਟੀ ਨੂੰ ਦੋਸ਼ੀ ਨਹੀਂ ਠਹਿਰਾਉਂਦਾ, ਕਈ ਪੋਲੀਟੀਕਲ ਪਾਰਟੀਆਂ ਨੇ ਆਪਣਾ ਉੱਲੂ ਸਿੱਧਾ ਕਰਨ ਦੀ ਰਾਜਨੀਤੀ ਖੇਡੀ, ਜਿਹਦੇ ਵਿੱਚ ਮੈਨੂੰ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਵੀ ਵਿੱਚ ਹੀ ਸੀਗਾ। ਸਿਰਫ ਜੇ ਇੰਨੇ ਸੀਰੀਅਸ ਹੁੰਦੇ ਪੰਜਾਬੀ ਨੂੰ ਲੈ ਕੇ ਤੇ ਸ਼ਾਇਦ ਅੱਜ ਦੀ ਡੇਟ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਕਈ ਵਾਰੀ ਰਹਿ ਚੁੱਕੀ ਹੈ, ਉਸ ਤੋਂ ਬਾਅਦ ਸ਼ਾਇਦ ਪੰਜਾਬੀ ਦਾ ਉਹ ਲੈਵਲ ਥੱਲੇ ਨਾ ਡਿੱਗਦਾ ਜਿੰਨਾ ਇਸ ਵੇਲੇ ਡਿੱਗਿਆ ਹੋਇਆ ਵਾ। ਬਿਲਕੁਲ ਸਰਬਜੀਤ ਜੀ ਦੀ ਗੱਲ ਨਾਲ ਮੈਂ 100 ਕੀ 200% ਐਗਰੀ ਕਿ ਅੱਜ ਦੀ ਡੇਟ ਵਿੱਚ ਤੁਸੀਂ ਪੰਜਾਬ ਸਰਕਾਰ ਦੇ ਕਈ ਆਫਿਸਿਸ ਵਿੱਚ ਚਲੇ ਜਾਓ ਜਿੱਥੇ ਅੰਗਰੇਜ਼ੀ ਦੀ ਵਰਤੋਂ ਪੂਰੇ ਤਰੀਕੇ ਨਾਲ ਕੀਤੀ ਜਾਂਦੀ ਹੈ। ਕਈ ਏਦਾਂ ਦੇ ਦਫ਼ਤਰ ਵੀ ਤੁਹਾਨੂੰ ਮਿਲ ਜਾਣਗੇ ਜਿੱਥੇ ਜੇ ਤੁਸੀਂ ਪੰਜਾਬੀ 'ਚ ਲਿਖ ਕੇ ਦਿੰਦੇ ਹੋ ਤੇ ਅੱਗੋਂ ਕਹਿੰਦੇ ਆ ਕਿ ਇੰਗਲਿਸ਼ ਵਿੱਚ ਵੀ ਫਾਰਮ ਭਰੋ। ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਨੂੰ ਨਹੀਂ ਲੱਗਦਾ ਕਿ ਸਿਰਫ ਤੇ ਸਿਰਫ ਪੰਜਾਬੀ ਲਈ ਸ਼੍ਰੋਮਣੀ ਅਕਾਲੀ ਦਲ ਨੇ ਸੰਘਰਸ਼ ਲੜਿਆ। ਸੰਘਰਸ਼ ਸ਼ੁਰੂ ਉਹਨਾਂ ਨੇ ਜ਼ਰੂਰ ਕੀਤਾ, ਉਹਦੇ ਲਈ ਡੈਫੀਨੇਟਲੀ ਉਹਨਾਂ ਦੀ ਪ੍ਰੇਜ਼ ਵੀ ਕਰਨੀ ਚਾਹੀਦੀ ਹੈ, ਪਰ ਉਹ ਸੰਘਰਸ਼ ਕਿਤੇ ਨਾ ਕਿਤੇ ਉਹਨਾਂ ਨੇ ਆਪਣੇ ਸਵਾਰਥ ਲਈ ਵੀ ਕੀਤਾ ਸੀਗਾ। ਜੇ ਨਾ ਸਵਾਰਥ ਲਈ ਕੀਤਾ ਹੁੰਦਾ ਤੇ ਅੱਜ ਪੰਜਾਬੀ ਦੀ ਉਹ ਦੁਰਦਸ਼ਾ ਨਾ ਹੁੰਦੀ ਜੋ ਹੋਈ ਹੈ। ਕਈ ਹੁਣ ਜਥੇਬੰਦੀਆਂ ਵੀ ਬਣੀਆਂ ਜਿਹਦੇ ਵਿੱਚ ਪੰਜਾਬੀ ਜਾਗਰਤ ਸਮਿਤੀ ਜਾਂ ਹੋਰ ਵੀ ਅਨੇਕਾਂ ਬੰਦੀਆਂ ਬਣੀਆਂ, ਪਰ ਉਹ ਜਿਹੜੀ ਕਮਾਂਡ ਹਜੇ ਵੀ ਪੰਜਾਬੀ ਨੂੰ ਮਿਲਣੀ ਚਾਹੀਦੀ ਹੈ। ਮੈਂ ਸਮਝਦਾ ਉਹ ਸਕੂਲਾਂ ਦੇ ਵਿੱਚ, ਉਹ ਦਫ਼ਤਰਾਂ ਦੇ ਵਿੱਚ, ਉਹ ਸਰਕਾਰੀ ਦਫ਼ਤਰਾਂ ਦੇ ਵਿੱਚ ਜਾਂ ਸਰਕਾਰ ਦੇ ਵਿੱਚ ਕਿਤੇ ਵੀ ਦੇਖਣ ਨੂੰ ਨਹੀਂ ਮਿਲਦੀ। ਸਰਕਾਰ ਵੱਲੋਂ ਜਿਹੜੀ ਪੰਜਾਬੀ ਸੂਬਾ ਡੇ ਦੀ ਸੈਲੀਬ੍ਰੇਸ਼ਨ, ਸੌਰੀ ਗੋ ਅਹੈਡ ਜੀ। ਸਵਾਲ ਕਿਹੜੇ ਨੇ? ਪੰਜਾਬੀ ਸੂਬੇ ਦਾ ਹੋਂਦ ਚ ਆਉਣਾ ਔਰ ਪੰਜਾਬੀ ਸੂਬੇ ਨੂੰ ਹੋਣਾ ਬਣਨਾ ਚਾਹੀਦਾ ਸੀ ਕਿ ਨਹੀਂ ਬਣਨਾ ਚਾਹੀਦਾ ਸੀ, ਇਹ ਇੱਕ ਵੱਖਰਾ ਸਵਾਲ ਹੈ। ਔਰ ਇਹਦੇ ਨਾਲ ਇਹ ਸਵਾਲ ਤਾਂ ਜੁੜਿਆ ਹੋਇਆ ਹੈ ਕਿ ਕਿਆ ਉਹਨੂੰ ਬਣਾਉਣ ਵੇਲੇ ਸਿੱਖ ਸਟੇਟ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾਈ ਹੈ, ਕਿਉਂਕਿ ਜੇ ਇਹਨੂੰ ਪੂਰਾ ਪੰਜਾਬੀ ਸੂਬਾ, ਜਿਵੇਂ ਜੰਮੂ ਦੇ ਏਰੀਏ 'ਚ ਪੰਜਾਬੀ ਬੋਲੀ ਜਾਂਦੀ ਹੈ, ਹਰਿਆਣੇ ਦੇ ਬਹੁਤ ਏਰੀਏ ਨੇ ਜਿਹੜੇ ਪੰਜਾਬੀ ਬੋਲੀ ਜਾਂਦੀ ਹੈ, ਹਿਮਾਚਲ ਦੇ ਏਰੀਏ ਦਿੱਤੇ ਜਾਂਦੇ ਹੁੰਦੇ, ਤਾਂ ਸ਼ਾਇਦ ਜੋ ਬਾਅਦ ਦੇ ਵਿੱਚ ਜਿਵੇਂ ਕਾਂਗਰਸ ਪਾਰਟੀ ਨੇ, ਕਿਉਂਕਿ ਉਦੋਂ ਕਾਂਗਰਸ ਪਾਰਟੀ ਦਾ ਰਾਜ ਸੀ, ਉਹਨੇ ਸਾਰਾ ਕੁਝ ਤੈਅ ਕੀਤਾ ਕਿ ਕੀ ਹੋਣਾ ਚਾਹੀਦਾ। ਜਿਵੇਂ ਪੰਜਾਬ ਦੇ ਨਾਲ ਕਾਂਗਰਸ ਪਾਰਟੀ ਨੇ ਬਿਹੇਵ ਕੀਤਾ, ਚਾਹੇ ਆਰਥਿਕ ਤੌਰ ਤੇ ਹੋਵੇ, ਚਾਹੇ ਪੰਜਾਬ ਨੂੰ ਪੈਸਾ ਦੇਣਾ ਹੋਵੇ, ਚਾਹੇ ਪੋਲੀਟੀਕਲ ਬਹੁਤ ਵੱਡੇ ਘੱਲੂਘਾਰੇ ਹੋਏ ਨੇ, ਉਸ ਤੋਂ ਬਾਅਦ ਉਹ ਹੋਏ ਨੇ, ਜੇ ਉਹ ਸਾਰਾ ਪੰਜਾਬ ਬਣਾਇਆ ਹੁੰਦਾ ਤਾਂ ਸ਼ਾਇਦ ਕਾਂਗਰਸ ਪਾਰਟੀ ਉਸ ਤਰ੍ਹਾਂ ਦੀ ਨੀਤੀ ਅਪਣਾ ਕੇ ਬਾਕੀ ਮੁਲਕ ਦੇ ਵਿੱਚ ਰਾਜਸੀ ਫਾਇਦਾ ਬਣਾ ਉਠਾ ਸਕਦੀ ਔਰ ਇਹਨੂੰ
ਸਿੱਖ ਸਟੇਟ ਕਰਕੇ ਆਈਸੋਲੇਟ ਕਰਕੇ, ਕਿਉਂਕਿ ਜੇ ਅੱਜ ਕਾਂਗੜਾ ਵੀ ਹੁੰਦਾ, ਕਰਨਾਲ ਵੀ ਹੁੰਦਾ, ਉੱਥੇ ਜਿਹੜੀ ਦੂਸਰੀ ਪਾਪੂਲੇਸ਼ਨ ਗੈਰ ਸਿੱਖ ਵੀ ਹੈਗੀ ਸੀ, ਉਹ ਵੀ ਉਹਨਾਂ ਗੱਲਾਂ ਨਾਲ ਕਾਂਗਰਸ ਤੋਂ ਉਲਟ ਹੁੰਦੀ ਤੇ ਕਾਂਗਰਸ ਵਾਸਤੇ ਇੱਕ ਵੱਖ ਮੈਸੇਜ ਜਾਣਾ ਸੀ। ਪੰਜਾਬੀਆਂ ਨੇ ਮੰਗਿਆ ਤਾਂ ਭਾਸ਼ਾ ਦੇ ਆਧਾਰ ਤੇ ਸੂਬਾ ਸੀ, ਪਰ ਇਹਨੂੰ ਸਿੱਖ ਬਹੁਗਿਣਤੀ ਦੀ ਸਟੇਟ ਉਹਨਾਂ ਦੀ ਜਿਹੜੀ ਹੈਗੀ ਸੌੜੀ ਸੋਚ ਉਹਨੇ ਬਣਾਇਆ ਹੈ। ਔਰ ਫਿਰ ਦੂਸਰੀ ਗੱਲ, ਪੰਜਾਬੀ ਸੂਬਾ ਬਣਨਾ ਚਾਹੇ ਅਕਾਲੀ ਪਾਰਟੀ ਚਾਹੇ ਕਾਂਗਰਸ ਪਾਰਟੀ ਜਿਹਨੇ ਪੰਜਾਬ ਚ ਰਾਜ ਕੀਤਾ, ਉਹਦਾ ਪੰਜਾਬੀ ਬੋਲੀ ਬਾਰੇ ਸੁਹਿਰਦ ਨਾ ਹੋਣਾ ਇੱਕ ਉਹੀ ਜਿਹੀ ਚੀਜ਼ ਹੈ ਜਿਵੇਂ ਉਹ ਪੰਜਾਬ ਦੇ ਦੂਜੇ ਮਸਲਿਆਂ ਬਾਰੇ ਸੁਹਿਰਦ ਨਹੀਂ ਹੋਏ। ਜੇ ਅਕਾਲੀ ਪੰਜਾਬੀ ਵਾਸਤੇ ਸੁਹਿਰਦ ਨਹੀਂ ਹੋਏ, ਦੂਜੇ ਮਸਲਿਆਂ ਬਾਰੇ ਨਹੀਂ ਹੋਏ। ਜੇ ਜੈਲ ਸਿੰਘ ਔਰ ਅਮਰਿੰਦਰ ਸਿੰਘ ਦੇ ਵੇਲੇ ਇੱਥੇ ਰਾਜ ਕੀਤਾ ਕਾਂਗਰਸ ਪਾਰਟੀ ਨੇ, ਜਿਵੇਂ ਉਹ ਦੂਜੇ ਸੂਬੇ ਮਸਲਿਆਂ ਬਾਰੇ ਸੁਹਿਰਦ ਨਹੀਂ ਹੋਈ, ਤਾਂ ਉਹ ਪੰਜਾਬੀ ਬਾਰੇ ਸੁਹਿਰਦ ਨਹੀਂ ਹੋਈ। ਉੱਥੇ ਆ ਕੇ ਸਮੁੱਚੀ ਪੋਲਿਟਿਕਸ ਜਿਹੜੀ ਹੈ ਕਿ ਲੋਕ ਪੱਖੀ ਨਹੀਂ ਹੋਈ, ਉਹਦਾ ਹੀ ਕੇਸ ਹੈ ਜਿਹੜਾ ਪੰਜਾਬੀ ਬਾਰੇ ਨਾ ਹੋਣ ਦਾ। ਸੋ ਪੰਜਾਬੀ ਸੂਬੇ ਦੀ ਹੋਂਦ ਨੂੰ ਪੋਲੀਟੀਸ਼ੀਅਨਾਂ ਦਾ ਇਮਾਨਦਾਰ ਸੋਚ ਨਾ ਹੋਣਾ ਉਹਦੇ ਨਾਲ ਨਹੀਂ ਜੋੜਿਆ ਜਾ ਸਕਦਾ ਹੈਗਾ। ਇਹ ਵੱਖਰੀ ਵੱਖਰੀਆਂ ਚੀਜ਼ਾਂ ਨੇ। ਬਿਲਕੁਲ ਹਰਪ੍ਰੀਤ ਜੀ, ਦੇਖੋ ਜੇ ਹੁਣ ਤੱਕ ਦਾ ਪੂਰੀ ਗੱਲ ਦਾ ਕਰਕਸ ਕੱਢੀਏ, ਸ਼ਬਦੀਸ਼ ਜੀ ਨੇ ਬਹੁਤ ਡਿਟੇਲ ਦੇ ਵਿੱਚ ਦੱਸਿਆ, ਅਜੀਤ ਜੀ ਨੇ ਵੀ ਗੱਲ ਕੀਤੀ, ਉਹਦਾ ਪੂਰੇ ਦਾ ਪੂਰਾ ਜੇ ਅਸੀਂ ਕਰਕਸ ਦੇਖੀਏ ਤਾਂ ਉਹ ਸਿਰਫ ਇਹੀ ਹੈ ਕਿ ਪੋਲੀਟੀਕਲ ਗਿਮਿਕਸ ਹੋਇਆ ਹੈ। ਉਹ ਆਪਣੇ ਫਾਇਦੇ ਵਾਸਤੇ ਇਹ ਚੀਜ਼ ਨੂੰ ਡਿਵੈਲਪ ਕੀਤਾ ਗਿਆ। ਪੰਜਾਬੀ ਸੂਬਾ ਬਣਿਆ, ਲੇਕਿਨ ਪੰਜਾਬੀ ਸੂਬੇ ਦੇ ਵਿੱਚ ਉਸ ਨੂੰ ਪ੍ਰੋਪਰ ਤਰੀਕੇ ਨਾਲ ਇੰਪਲੀਮੈਂਟੇਸ਼ਨ ਦੇ ਵਿੱਚ ਜਿਹੜੀਆਂ ਗਲਤੀਆਂ ਹੋਈਆਂ ਉਹ ਵੀ ਇਹਦੇ ਲਈ ਬਹੁਤ ਜ਼ਿੰਮੇਵਾਰ ਨੇ। ਅੱਜ ਅਸੀਂ ਭਾਸ਼ਾ ਦੀ ਗੱਲ ਕਰਦੇ ਹਾਂ, ਦਫ਼ਤਰਾਂ ਦੇ ਵਿੱਚ ਭਾਸ਼ਾ ਨਹੀਂ ਚੱਲਦੀ, ਦਫ਼ਤਰਾਂ ਦੇ ਵਿੱਚ ਇੰਗਲਿਸ਼ ਦੇ ਵਿੱਚ ਵੀ ਫਾਰਮ ਫਿਲ ਕੀਤੇ ਜਾਂਦੇ ਨੇ, ਕਿਉਂਕਿ ਉਹਦੇ ਵਿੱਚ ਕੁਝ ਇੱਕ ਏਦਾਂ ਦੇ ਵੀ ਮੁੱਦੇ ਹੈ ਕਿ ਜਿਹੜੇ ਅਸੀਂ ਐਡਮਿਨਿਸਟ੍ਰੇਟਰ ਆਈਐਸ ਲੈਵਲ ਤੱਕ, ਪੀਸੀਐਸ ਲੈਵਲ ਤੱਕ ਆਫੀਸਰਸ ਵੀ ਲਗਾਉਂਦੇ ਆ, ਉਹ ਅਸੀਂ ਅਦਰ ਸਟੇਟਸ ਦੇ ਵਿੱਚੋਂ ਅਪੁਆਇੰਟ ਕਰਕੇ ਇੱਥੇ ਲੈ ਕੇ ਆਨੇ, ਜਿਨ੍ਹਾਂ ਨੂੰ ਕਿ ਪੰਜਾਬੀ ਦਾ ਊੜਾ ਆੜਾ ਵੀ ਨਹੀਂ ਆਉਂਦਾ ਹੁੰਦਾ। ਸੋ ਕਿਤੇ ਨਾ ਕਿਤੇ ਇੰਪਲੀਮੈਂਟੇਸ਼ਨ ਦੇ ਵਿੱਚ ਇੱਕ ਖਾਮੀਆਂ ਰਹੀਆਂ। ਮੈਂ ਤਾਂ ਇਹ ਕਹੂੰਗਾ ਕਿ ਸੂਬਾ ਬਣਿਆ, ਸੂਬੇ ਦੇ ਵਿੱਚ ਪੋਲੀਟੀਕਲ ਜਿਹੜੀ ਗੇਮਿਕਸ ਹੋਈ ਹੈ, ਪੋਲੀਟੀਕਲ ਗੇਮਸ ਹੋਈਆਂ, ਉਹ ਤਾਂ ਸੀਗੀਆਂ। ਉਸ ਤੋਂ ਬਾਅਦ ਵੀ ਕੋਈ ਏਦਾਂ ਦੇ ਇਨੀਸ਼ੀਏਟਿਵ ਨਹੀਂ ਲਿੱਤੇ ਗਏ ਜਿਹਦੇ ਨਾਲ ਕਿ ਇਹਨੂੰ ਪ੍ਰੋਪਰ ਤਰੀਕੇ ਨਾਲ ਇੰਸਟਾਲ ਕੀਤਾ ਜਾਂਦਾ, ਪ੍ਰੋਪਰ ਤਰੀਕੇ ਨਾਲ ਇੰਪਲੀਮੈਂਟ ਵੀ ਕੀਤਾ ਜਾਂਦਾ। ਹਾਲੇ ਵੀ ਅਸੀਂ ਉਸੇ ਚੀਜ਼ ਨਾਲ ਜੂਝ ਰਹੇ ਹਾਂ। ਕੱਲਾ ਪੰਜਾਬ ਨਹੀਂ, ਇਸ ਚੀਜ਼ ਦਾ ਇਫੈਕਟ ਹੈ ਜਿਹੜਾ ਉਹ ਹਰਿਆਣੇ ਤੇ ਵੀ ਪਿਆ। ਜੇ ਅਸੀਂ ਅੱਜ ਗੱਲ ਕਰਦੇ ਹਾਂ ਕਿ ਹਰਿਆਣੇ ਨੇ ਡਿਵੈਲਪਮੈਂਟ ਕੀਤੀ ਹੈ, ਤਾਂ ਸਿਰਫ ਉਹਨਾਂ ਸਟੇਟਾਂ ਨੇ ਡਿਵੈਲਪਮੈਂਟ ਕੀਤੀ ਹੈ ਜਿਹੜੀਆਂ ਕਿ ਐਨਸੀਆਰ ਦੇ ਨਾਲ ਲੱਗਦੀਆਂ ਨੇ। ਜੇ ਤੁਸੀਂ ਇਨਰ ਦੇ ਵਿੱਚ ਜਾਓ, ਪੰਜਾਬ ਦੇ ਵੀ ਕੁਝ ਇਨਰ ਵਿਲੇजेस ਦੇ ਵਿੱਚ ਜਾਓ, ਤਾਂ ਸੇਮ ਹੀ ਕੰਡੀਸ਼ਨ ਹੈ। ਸੋ ਓਵਰਆਲ ਕਿਤੇ ਨਾ ਕਿਤੇ ਪੋਲੀਟੀਕਲ ਗਿਮਿਕ ਦਾ ਸ਼ਿਕਾਰ ਹੋਇਆ ਪੰਜਾਬੀ ਸੂਬਾ, ਅੱਜ ਵੀ ਉਸ ਨੂੰ ਝੇਲ ਰਿਹਾ। ਅਜੇ ਤੱਕ ਕੋਈ ਗੱਲਬਾਤ ਤੇ ਥੋੜੀ ਜੀ ਆਪਾਂ ਨਿਗਾਹ ਮਾਰੀਏ, ਕਿਤੇ ਨਾ ਕਿਤੇ ਸਾਰੇ ਪੈਨਲਿਸਟ ਐਂਡ ਕਾਲਰ ਨੇ ਕੰਪਲੇਨ ਕੀਤੀ ਹੈ ਪੰਜਾਬੀ ਲੈਂਗੁਏਜ ਦੇ ਨਾਂ ਤੇ ਜੋ ਡਿਵੀਜ਼ਨ ਹੋਇਆ ਵਾ। ਜੇ ਅਕਾਲੀ ਦਲ ਦੀ ਗੱਲ ਕਰੀਏ ਤੇ ਅਕਾਲੀ ਦਲ ਨੇ ਵੀ ਉਦੋਂ ਜਦੋਂ ਡਿਵੀਜ਼ਨ ਹੋਇਆ ਸੀ ਅਪੋਜ਼ ਕੀਤਾ ਸੀ। ਈਵਨ ਕਿ ਅਕਾਲੀ ਦਲ ਦੇ ਕੁਝ ਲੀਡਰ ਭੁੱਖ ਹੜਤਾਲ ਤੇ ਵੀ ਬੈਠੇ ਸੀ, ਜਿਨ੍ਹਾਂ ਨੂੰ ਕਿ ਸੈਂਟਰ ਦੇ ਕੁਝ ਮਿਨਿਸਟਰਾਂ ਦੁਆਰਾ ਕੁਝ ਰਿਲੀਜੀਅਸ ਲੀਡਰ ਨੂੰ ਨਾਲ ਲਾ ਕੇ ਬੜੀ ਮੁਸ਼ਕਲ ਤੋਂ ਭੁੱਖ ਹੜਤਾਲ ਤੋੜਨ ਤੋਂ ਮਨਾਇਆ ਗਿਆ। ਤੇ ਅੱਜ ਜੇ ਪੰਜਾਬ ਦੀ ਸਰਕਾਰ ਪੰਜਾਬੀ ਸੂਬਾ ਸੈਲੀਬ੍ਰੇਸ਼ਨ ਮਨਾਉਣ ਜਾ ਰਹੀ ਆ, ਤੇ ਕੀ ਉਹ ਸਹੀ ਆ ਜਾਂ ਸਰਕਾਰ ਨੂੰ ਪੰਜਾਬੀ ਸੂਬਾ ਸੈਲੀਬ੍ਰੇਸ਼ਨ ਵਜਾਉਣ ਦੀ ਬਜਾਏ ਕੀ ਕਮੀਆਂ ਰਹਿ ਗਈਆਂ? ਮੈਂ ਇਹ ਨਹੀਂ ਆਂਦਾ ਕਿ ਤੁਸੀਂ ਜੋ ਏਰੀਏ ਪੰਜਾਬ 'ਚ ਨਹੀਂ ਆਏ ਉਹਨਾਂ ਦੀ ਡਿਮਾਂਡ ਕਰੋ, ਪਰ ਜੋ ਪੰਜਾਬ ਤੁਹਾਡੇ ਕੋਲ ਆ ਉਹਦੇ ਵਿੱਚ 50 ਸਾਲ ਵਿੱਚ ਕਿਹੜੀਆਂ ਕਮੀਆਂ ਆਈਆਂ ਕਿ ਪੰਜਾਬੀ ਭਾਸ਼ਾ ਦਾ ਇਸਤੇਮਾਲ ਅੱਜ ਪੰਜਾਬ 'ਚ ਲਗਭਗ ਅੱਧੀ ਜਗ੍ਹਾ ਤੇ ਵੀ ਨਹੀਂ ਹੁੰਦਾ। ਉਹਦੇ ਉੱਤੇ ਕੰਮ ਕਰਨ ਦੀ ਜ਼ਿਆਦਾ ਲੋੜ ਆ ਇੰਸਟੈਡ ਆਫ ਕਿ ਸੈਲੀਬ੍ਰੇਸ਼ਨ ਕਰਨ ਦੇ। ਪਹਿਲੀ ਗੱਲ ਮੈਂ ਇਹ ਕਹਿਣੀ ਚਾਹਾਂਗਾ ਕਿ ਜਦੋਂ ਪੰਜਾਬੀ ਸੂਬਾ ਬਣ ਗਿਆ, ਕਾਂਗਰਸ ਪਾਰਟੀ ਜਿਹੜੀ ਪੰਜਾਬੀ ਸੂਬੇ ਦਾ ਵਿਰੋਧ ਕਰ ਰਹੀ ਸੀ ਅਫੀਸ਼ਲੀ ਆਰੀਆ ਸਮਾਜੀ ਪ੍ਰਭਾਵ ਦੇ ਕਾਰਨ, ਉਹ ਪੰਜਾਬੀ ਪ੍ਰਤੀ ਸੁਹਿਰਦ ਨਹੀਂ ਹੋ ਸਕੀ। ਇਹ ਗੱਲ ਸਮਝ ਦੇ ਵਿੱਚ ਆਉਂਦੀ ਆ। ਜਿਸ ਪਾਰਟੀ ਨੇ ਪੰਜਾਬੀ ਭਾਸ਼ਾ ਦੇ ਆਧਾਰ ਦੇ ਉੱਤੇ ਲੜਾਈ ਲੜੀ, ਜੇ ਉਹ ਵੀ ਨਹੀਂ ਸੁਹਿਰਦ ਹੋ ਸਕੀ ਤੇ ਉਹਨੂੰ ਬਿਟਰੇ ਕਹਿਣਾ ਪਵੇਗਾ। ਉਹਨੂੰ ਤੁਸੀਂ ਕਾਂਗਰਸ ਵਰਗੀ ਸੁਹਿਰਦਤਾ ਨਾਲ ਜੋੜ ਕੇ ਨਹੀਂ ਦੇਖ ਸਕਦੇ। ਉਹਦੀ ਜਿਹੜੀ ਨੀਤੀ ਆ ਉਹ ਜ਼ਿਆਦਾ ਸੀਰੀਅਸਲੀ ਦੇਖੀ ਜਾਣੀ ਚਾਹੀਦੀ ਹੈ, ਕਿਉਂਕਿ ਉਹਨੇ ਭਾਸ਼ਾ ਦੇ ਆਧਾਰ ਤੇ ਲੜਾਈ ਲੜਨ ਤੋਂ ਬਾਅਦ ਉਸੇ ਭਾਸ਼ਾ ਨੂੰ ਤਲਾਂਜਲੀ ਦਿੱਤੀ ਹੈ। ਤੇ ਇਹ ਜ਼ਿਆਦਾ ਵੱਡਾ ਗੁਨਾਹ ਵਾ। ਮੈਂ ਇਹ ਕਾਂਗਰਸ ਦੇ ਗੁਨਾਹ ਨੂੰ ਮਾਫ ਨਹੀਂ ਕਰ ਰਿਹਾ, ਮੈਂ ਸਿਰਫ ਇਹਨੂੰ ਪ੍ਰਸੰਗ ਦੇ ਵਿੱਚ ਰੱਖ ਕੇ ਦੇਖਿਆ ਜਾਵੇ। ਦੂਸਰੀ ਗੱਲ ਬੜੀ ਇੰਟਰਸਟਿੰਗ ਆ, ਪੰਜਾਬ ਦੀ ਸਿਚੁਏਸ਼ਨ ਦੇ ਵਿੱਚ ਜਦੋਂ ਪੰਜਾਬੀ ਸੂਬਾ ਅੰਦੋਲਨ ਚੱਲ ਰਿਹਾ ਸੀ, ਉਸ ਵੇਲੇ ਅਜੀਤ ਵੀ ਉਰਦੂ ਦੇ ਵਿੱਚ ਛਪਦਾ ਸੀ, ਹਿੰਦ ਸਮਾਚਾਰ ਅਖਬਾਰ ਵੀ ਉਰਦੂ ਦੇ ਵਿੱਚ ਛਪਦਾ ਸੀ, ਮਲਾਪ ਵੀ ਉਰਦੂ ਦੇ ਵਿੱਚ ਛਪਦਾ ਸੀ,
ਪ੍ਰਤਾਪ ਵੀ ਉਰਦੂ ਦੇ ਵਿੱਚ ਛਪਦਾ ਸੀ। ਉਦੋਂ ਪੰਜਾਬੀ ਦੇ ਵਿੱਚ ਛਪਣ ਵਾਲਾ ਇੱਕੋ ਇੱਕ ਅਖਬਾਰ ਨਵਾਂ ਜ਼ਮਾਨਾ ਸੀ, ਜਿਹੜਾ ਪੰਜਾਬੀ ਭਾਸ਼ਾ ਦੇ ਆਧਾਰ ਉੱਤੇ ਬਣਨ ਵਾਲੇ ਸੂਬੇ ਦੇ ਹੱਕ ਦੇ ਵਿੱਚ ਖੜਾ ਸੀ। ਤੇ ਇੱਕ ਗੱਲ ਮੈਂ ਇੱਥੇ ਇਹ ਵੀ ਯਾਦ ਕਰਵਾ ਦਿਆਂ ਕਿ ਆਜ਼ਾਦੀ ਤੋਂ ਤੁਰੰਤ ਬਾਅਦ ਜਿਹੜਾ ਨਵਾਂ ਜ਼ਮਾਨਾ ਕਿਸੇ ਵੇਲੇ ਉਰਦੂ 'ਚ ਹੁੰਦਾ ਸੀ, ਉਹ ਪੰਜਾਬੀ ਦੇ ਵਿੱਚ ਤੁਰੰਤ ਛਾਪਣਾ ਸ਼ੁਰੂ ਕਰ ਦਿੱਤਾ ਸੀ। ਜਦੋਂ ਉਹਦਾ ਦਫ਼ਤਰ ਲਾਹੌਰ ਤੋਂ ਚੁੱਕ ਕੇ ਜਲੰਧਰ ਲੈ ਆਂਦਾ ਗਿਆ ਸੀ, ਉਹ ਉਧਰ ਤੋਂ ਹੀ ਪੰਜਾਬੀ ਦੇ ਵਿੱਚ ਛਪ ਗਿਆ। ਅਜੀਤ ਉਦੋਂ ਪੰਜਾਬੀ ਦੇ ਵਿੱਚ ਕਰਨਾ ਪਿਆ ਜਦੋਂ ਪੰਜਾਬੀ ਸੂਬੇ ਦੇ ਹੱਕ ਦੇ ਵਿੱਚ ਉਰਦੂ ਭਾਸ਼ਾ 'ਚ ਬੋਲਣਾ ਪੈ ਰਿਹਾ ਸੀ। ਇਹਦੇ ਨਾਲ ਨਾਲ ਹੀ ਨਵੀਆਂ ਗੱਲਾਂ ਇਹ ਜੁੜਦੀਆਂ ਗਈਆਂ। ਹੌਲੀ ਹੌਲੀ ਹਿੰਦ ਸਮਾਚਾਰ ਸਮੂਹ ਨੇ ਪੰਜਾਬ ਕੇਸਰੀ ਕੱਢ ਲਿਆ, ਵੀਰ ਪ੍ਰਤਾਪ ਨੇ ਹਿੰਦੀ ਦਾ ਵੀਰ ਪ੍ਰਤਾਪ ਨਾਲ ਕੱਢ ਲਿਆ, ਮਲਾਪ ਨੇ ਨਾਲ ਹਿੰਦੀ ਦਾ ਮਲਾਪ ਕੱਢ ਲਿਆ। ਹੌਲੀ ਹੌਲੀ ਜਾ ਕੇ ਜਿਵੇਂ ਅਜੀਤ ਨੇ ਹੁਣ ਬਾਅਦ ਦੇ ਵਿੱਚ ਜਾ ਕੇ ਹਿੰਦੀ ਦਾ ਅਜੀਤ ਸਮਾਚਾਰ ਕੱਢ ਲਿਆ। ਇਹ ਆਪਣੇ ਆਪ ਦੇ ਵਿੱਚ ਪੰਜਾਬ ਦੀ ਬਦਕਿਸਮਤੀ ਹੈ ਕਿ ਪੰਜਾਬੀ ਭਾਸ਼ਾ ਹਿੰਦੀ ਦੀ ਲੜਾਈ ਸਾਰੀਆਂ ਮੀਡੀਆ ਉਰਦੂ ਦੇ ਵਿੱਚ ਲੜ ਰਿਹਾ ਸੀ। ਇਸ ਤੋਂ ਵੱਡੀ ਬਦਕਿਸਮਤੀ ਪੰਜਾਬ ਦੀ ਹੋ ਨਹੀਂ ਸਕਦੀ। ਇਹ ਇੱਕ ਗੱਲ ਚੰਗੀ ਹੋ ਗਈ ਕਿ ਉਸ ਤੋਂ ਬਾਅਦ ਅਜੀਤ ਪੰਜਾਬੀ ਦੇ ਵਿੱਚ ਹੋ ਗਿਆ। ਇਹਨੂੰ ਵੀ ਅਸੀਂ ਪੋਜ਼ਿਟਿਵਲੀ ਲਈਏ ਕਿ ਅਜੀਤ ਜਿਹੜਾ ਪੰਜਾਬੀ ਦੇ ਹੱਕ ਦੇ ਵਿੱਚ ਸੀ, ਉਹਨੇ ਉਰਦੂ ਭਾਸ਼ਾ ਨੂੰ ਛੱਡ ਕੇ ਪੰਜਾਬੀ ਦੇ ਵਿੱਚ ਆਉਣਾ ਪਸੰਦ ਕੀਤਾ। ਇਹ ਇੱਕ ਮਤਲਬ ਉਹਨਾਂ ਦੀ ਸ਼ਲਾਘਾ ਦਾ ਹੀ ਪੱਖ ਬਣਦਾ। ਇਹਦੇ 'ਚ ਉਹਨਾਂ ਦੀ ਨਿੰਦਾ ਨਹੀਂ ਕੀਤੀ ਜਾ ਸਕਦੀ। ਉਦੋਂ ਕੰਟੀਨਿਊਟੀ 'ਚੋਂ ਕਿਉਂ ਉਰਦੂ ਰਹਿ ਗਿਆ, ਉਹ ਇੱਕ ਅਲੱਗ ਵਿਸ਼ਾ ਹੋ ਸਕਦਾ। ਅਗਲੀ ਗੱਲ ਜਿਹੜੀ ਅਸੀਂ ਵਾਰ-ਵਾਰ ਕਰ ਰਹੇ ਹਾਂ, ਅਸੀਂ ਉਹਨੂੰ ਸਮਝਣ ਦਾ ਯਤਨ ਕਰੀਏ। ਪੰਜਾਬ ਨੂੰ ਜੇ ਸਹੀ ਤਰੀਕੇ ਦੇ ਨਾਲ ਦਿੱਤਾ ਜਾਂਦਾ ਸੂਬਾ, ਤਾਂ ਜਿਹੜੇ ਇਲਾਕੇ ਅੱਜ ਵੀ ਪੰਜਾਬ ਦੇ ਨਾਲ ਜੁੜਦੇ ਨੇ ਤੇ ਪੰਜਾਬੀ ਬੋਲਦੇ ਨੇ, ਸਾਨੂੰ ਉਹੀ ਇਲਾਕੇ ਮਿਲਣੇ ਸੀ। ਸਾਨੂੰ ਡੋਗਰੀ ਭਾਸ਼ਾ ਜਿਹੜੀ ਪੰਜਾਬੀ ਦੀ ਉਪ ਭਾਸ਼ਾ ਹੈ, ਉਹ ਏਰੀਆ ਪੰਜਾਬ ਨੂੰ ਕਦੇ ਵੀ ਨਹੀਂ ਸੀ ਮਿਲਣਾ, ਕਿਉਂਕਿ ਉਹ ਜੰਮੂ ਕਸ਼ਮੀਰ ਰਿਆਸਤ ਦਾ ਹਿੱਸਾ ਸੀ ਤੇ ਜੰਮੂ ਕਸ਼ਮੀਰ ਰਿਆਸਤ ਉਸ ਤਰੀਕੇ ਦੇ ਨਾਲ ਭਾਰਤ ਦਾ ਹਿੱਸਾ ਨਹੀਂ ਆ। ਉਹ ਧਾਰਾ 370 ਦੇ ਤਹਿਤ ਆ। ਉਹ ਇਲਾਕਾ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਮੰਗ ਨਹੀਂ ਸੀ ਸਕਦੇ, ਭਾਵੇਂ ਉੱਥੇ ਡੋਗਰੀ ਪੰਜਾਬੀ ਦੀ ਉਪ ਭਾਸ਼ਾ ਦੇ ਤੌਰ ਤੇ ਹੀ ਬੋਲੀ ਤੇ ਲਿਖੀ ਜਾਂਦੀ ਸੀ। ਹੁਣ ਉਹਨਾਂ ਨੇ ਦੇਵਨਾਗਰੀ ਲਿਪੀ ਨੂੰ ਅਪਣਾ ਲਿਆ, ਉਹਨਾਂ ਨੇ ਗੁਰਮੁਖੀ ਕਦੇ ਵੀ ਨਹੀਂ ਅਪਣਾਈ। ਦੂਜੀ ਗੱਲ ਅਸੀਂ ਦਿੱਲੀ ਦੀ ਕਰ ਸਕਦੇ ਹਾਂ। ਬੇਸ਼ੱਕ ਦਿੱਲੀ ਦੇ ਵਿੱਚ 80% ਪੰਜਾਬੀ ਉਦੋਂ ਬੋਲਦੇ ਸੀ, ਹੁਣ ਵੀ ਬਹੁਤ ਵੱਡਾ ਹਿੱਸਾ ਦਿੱਲੀ ਦੇ ਵਿੱਚ ਪੰਜਾਬੀ ਭਾਸ਼ਾ ਬੋਲਦਾ, ਪਰ ਦਿੱਲੀ ਨੂੰ ਵੀ ਤੁਸੀਂ ਪੰਜਾਬ ਦੇ ਨਾਲ ਨਹੀਂ ਸੀ ਜੋੜ ਸਕਦੇ, ਕਿਉਂਕਿ ਜੇ ਹਰਿਆਣੇ ਦੇ ਜਿਹੜੇ ਖੇਤਰ ਨੇ, ਜੇ ਅਸੀਂ ਸ਼ਾਹਬਾਦ ਤੱਕ ਵੀ ਪੰਜਾਬੀ ਬੋਲਦੇ ਇਲਾਕੇ ਖਿੱਚ ਕੇ ਅੱਗੇ ਤੋਂ ਅੱਗੇ ਲੈ ਜਾਈਏ, ਤੇ ਤਾਂ ਵੀ ਦਿੱਲੀ ਵਿੱਚ ਨਾਨ ਪੰਜਾਬੀ ਏਰੀਏ ਤੋਂ ਬਾਅਦ ਫਰਦਰ ਪੰਜਾਬੀ ਬੋਲਣ ਵਾਲਾ ਏਰੀਆ ਬਣਨਾ ਸੀ। ਉਹਨੂੰ ਅਸੀਂ ਪੰਜਾਬ ਦੇ ਵਿੱਚ ਸ਼ਾਮਲ ਨਹੀਂ ਸੀ ਕਰ ਸਕਦੇ। ਜੇ ਸੱਚਮੁੱਚ ਉਹ ਏਰੀਏ ਪੰਜਾਬ ਨੂੰ ਮਿਲ ਜਾਂਦੇ ਜਿਹੜੇ ਪੰਜਾਬ ਦੇ ਨਾਲ ਜੁੜਵੇਂ ਵੀ ਨੇ ਤੇ ਪੰਜਾਬੀ ਵੀ ਬੋਲਦੇ ਨੇ, ਫਿਰ ਜਿਹੜਾ ਦਰਿਆਈ ਪਾਣੀਆਂ ਦਾ ਸਵਾਲ ਹੈ, ਇਹ ਆਪਣੇ ਆਪ ਹੀ ਪੈਦਾ ਨਹੀਂ ਸੀ ਹੋਣਾ। ਕਿਉਂਕਿ ਜੇ ਉਹਨਾਂ ਏਰੀਆ ਦੇ ਵਿੱਚ ਅਸੀਂ ਪਾਣੀ ਭੇਜ ਵੀ ਦਿੰਦੇ ਪੰਜਾਬ ਦੇ ਪੱਖ ਤੋਂ, ਜਦੋਂ ਨਹਿਰੀ ਪਾਣੀ ਅਸੀਂ 25% ਜਾ ਰਿਹਾ ਵਾ, ਜੇ ਉਦੋਂ ਪੰਜਾਬ ਦੀ ਹੋਰ 20% ਭੂਮੀ ਜਾਂ 10% ਭੂਮੀ ਵੀ ਸਿੰਚਾਈ ਦੇ ਅਧੀਨ ਆਉਂਦੀ ਤੇ ਉਹ ਪੰਜਾਬ ਦੀ ਹੀ ਹੋਣੀ ਸੀ। ਪੰਜਾਬ ਦਾ ਇਹ ਸਵਾਲ ਹੀ ਕਦੇ ਨਹੀਂ ਸੀ ਪੈਦਾ ਹੋਣਾ ਕਿ ਉਹ ਉਸ ਏਰੀਏ ਦਾ ਪਾਣੀ ਉਧਰਲੇ ਪਾਸੇ ਚਲਾ ਗਿਆ। ਇਹ ਸਵਾਲ ਹੀ ਪੈਦਾ ਤਾਂ ਹੋਇਆ ਕਿਉਂਕਿ ਸਾਨੂੰ ਪੰਜਾਬੀ ਬੋਲਦੇ ਇਲਾਕੇ ਨਹੀਂ ਦਿੱਤੇ ਗਏ। ਇਦਾਂ ਹੀ ਸਾਨੂੰ ਹਿਮਾਚਲ ਦੇ ਵਿੱਚ ਕਾਂਗੜਾ, ਮੰਡੀ, ਈਵਨ ਸ਼ਿਮਲਾ ਤੱਕ ਉਦੋਂ ਲੋਕ ਪੰਜਾਬੀ ਬੋਲਦੇ ਸੀ, ਉਹ ਏਰੀਏ ਵੀ ਸਾਨੂੰ ਨਹੀਂ ਮਿਲ ਸਕੇ। ਉਹ ਇੱਕ ਅਲੱਗ ਚੀਜ਼ ਹੈ। ਪਰ ਜਿਹੜੀ ਪੰਜਾਬ ਸਰਕਾਰ ਅੱਜ ਦਾਅਵੇ ਕਰਦੀ ਹੈ ਕਿ ਅਸੀਂ ਪੰਜਾਬੀ ਬੋਲਦੇ ਇਲਾਕਿਆਂ ਲਈ ਲੜ ਰਹੇ ਹਾਂ, ਜਿਹੜੀ ਪੰਜਾਬ ਸਰਕਾਰ ਅੱਜ ਦਾਅਵੇ ਕਰਦੀ ਹੈ ਕਿ ਅਸੀਂ 50ਵੀਂ ਵਰ੍ਹੇਗੰਢ ਦੇ ਜਸ਼ਨ ਮਨਾ ਰਹੇ ਹਾਂ, ਉਸ ਪੰਜਾਬ ਸਰਕਾਰ ਨੂੰ ਇੱਕ ਗੱਲ ਤਾਂ ਜ਼ਰੂਰ ਪੁੱਛਣੀ ਪਵੇਗੀ ਕਿ ਉਹਨਾਂ ਨੇ ਪੰਜਾਬੀ ਲਈ ਹੁਣ ਤੱਕ ਕੀ ਕੀਤਾ। ਦੂਜੀ ਗੱਲ ਇਹ ਉਹਨਾਂ ਨੂੰ ਪੁੱਛਣੀ ਪਏਗੀ ਕਿ ਜਿਹੜੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਦੇ ਵਿੱਚ ਸ਼ਾਮਲ ਕਰਵਾਉਣ ਦਾ ਅੰਦੋਲਨ ਇੱਕ ਸਮਾਂ ਤੱਕ ਚੱਲਦਾ ਰਿਹਾ, ਧਰਮ ਯੁੱਧ ਮੋਰਚੇ ਦੀਆਂ ਮੰਗਾਂ 'ਚ ਵੀ ਉਹ ਗੱਲ ਸ਼ਾਮਲ ਸੀ, ਉਸ ਅੰਦੋਲਨ ਨੂੰ ਤੁਸੀਂ ਛੱਡ ਕਿਉਂ ਦਿੱਤਾ। ਤੀਜੀ ਗੱਲ, ਜਿਹੜਾ ਰਾਜਧਾਨੀ ਦਾ ਤੁਸੀਂ ਲੈਣ ਦੇ ਲਈ ਸੰਘਰਸ਼ ਕਰਦੇ ਰਹੇ, ਨਾਰਾ ਲੱਗਿਆ ਕਰਦਾ ਸੀ ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ, ਹੁਣ ਉਸ ਨਾਰੇ ਦਾ ਕੀ ਬਣਿਆ। ਇਹ ਸਵਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਜ਼ਰੂਰ ਪੁੱਛਣੇ ਪੈਣਗੇ। ਔਰ ਸਭ ਤੋਂ ਵੱਡਾ ਸਵਾਲ ਜਿਹੜਾ ਉਹਨਾਂ ਨੂੰ ਪੁੱਛਣਾ ਬਣਦਾ ਉਹ ਇਹ ਹੈ ਕਿ ਜਿਹੜਾ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ ਸੀ, ਉਹਦੇ ਵਿੱਚ ਪਾਣੀਆਂ ਦੀ ਗੱਲ ਨਾ ਮੰਨਣ ਯੋਗ ਸੀ। ਅਸੀਂ ਹੁਣ ਵੀ ਨਹੀਂ ਉਹਨੂੰ ਮੰਨਣਾ ਪਸੰਦ ਕਰਾਂਗੇ, ਪਰ ਜਿਹੜੀ ਗੱਲ ਮੰਨਣ ਯੋਗ ਸੀ, ਜਿਹੜਾ ਵਾਅਦਾ ਕੀਤਾ ਗਿਆ ਸੀ, ਇਨ ਟਾਈਮ ਪੂਰਾ ਕਰਨ ਦਾ ਵਾਅਦਾ ਕੀਤਾ ਗਿਆ ਸੀ। 1986 ਦੀ 26 ਜਨਵਰੀ ਨੂੰ ਪੰਜਾਬ ਸਰਕਾਰ ਨੂੰ ਸ਼ਿਫਟ ਕੀਤਾ ਜਾਣਾ ਸੀ ਚੰਡੀਗੜ੍ਹ। ਇਹਦੇ ਇਸ਼ਤਿਹਾਰ ਵੀ ਛਪ ਗਏ ਸੀ। ਬਰਨਾਲਾ ਸਾਹਿਬ ਦੀ ਸਰਕਾਰ ਉਦੋਂ ਪੰਜਾਬ ਦੇ ਵਿੱਚ ਬਣ ਚੁੱਕੀ ਸੀ ਰਾਜੀਵ ਲੌਂਗੋਵਾਲ ਸਮਝੌਤੇ ਤੋਂ ਬਾਅਦ। ਉਦੋਂ ਰਾਜੀਵ ਗਾਂਧੀ ਇਸ ਗੱਲ ਤੋਂ ਮੁਨਕਰ ਹੋ ਗਏ, ਪਰ ਬਾਦਲ ਟੌੜਾ ਜਿਹੜੇ
ਇਸ ਕਰਕੇ ਸਮਝੌਤੇ ਦਾ ਵਿਰੋਧ ਕਰ ਰਿਹਾ ਸੀ ਕਿ ਉਹਦੇ ਵਿੱਚ ਬਰਨਾਲਾ ਸਾਹਿਬ ਤੇ ਬਲਵੰਤ ਸਿੰਘ ਵਰਗੇ ਨੇਤਾ ਮੋਹਰੀ ਹੋ ਗਏ ਸੀ। ਉਹਨਾਂ ਨੇ ਸੰਤ ਜੀ ਨੂੰ ਨਾਲ ਲਾ ਲਿਆ ਸੀ। ਉਹਨਾਂ ਲੋਕਾਂ ਦੀ ਇਮਾਨਦਾਰੀ ਕਿੱਥੇ ਗਈ ਜਦੋਂ ਪੰਜਾਬੀ ਸੂਬਾ ਨਹੀਂ ਮਿਲਿਆ ਸੀ ਪੰਜਾਬ ਨੂੰ ਚੰਡੀਗੜ੍ਹ। ਉਹ ਬੇਸ਼ੱਕ ਬਰਨਾਲਾ ਸਰਕਾਰ ਦੇ ਵਿੱਚੋਂ ਬਾਹਰ ਆ ਜਾਂਦੇ ਔਰ ਪੰਜਾਬ ਦੇ ਚੰਡੀਗੜ੍ਹ ਦੇ ਸਵਾਲ ਦੇ ਉੱਤੇ ਅੰਦੋਲਨ ਕਰਦੇ ਕੇਂਦਰ ਸਰਕਾਰ ਦੇ ਖਿਲਾਫ। ਉਹਨਾਂ ਨੇ ਕੋਈ ਅੰਦੋਲਨ ਨਹੀਂ ਕੀਤਾ। ਦੂਜੀ ਉਹਦੇ ਵਿੱਚ ਬਹੁਤ ਵਧੀਆ ਤੈਅ ਗੱਲ ਕੀਤੀ ਗਈ ਸੀ ਕਿ ਪਿੰਡ ਨੂੰ ਇਕਾਈ ਮੰਨ ਕੇ ਪੰਜਾਬੀ ਬੋਲਦੇ ਇਲਾਕੇ ਜਿਹੜੇ ਹਰਿਆਣਾ ਦੇ ਵਿੱਚ ਸ਼ਾਮਲ ਨੇ ਉਹ ਪੰਜਾਬ ਨੂੰ ਸ਼ਿਫਟ ਕੀਤੇ ਜਾਣਗੇ। ਹਿਮਾਚਲ ਦੀ ਗੱਲ ਉਦੋਂ ਵੀ ਨਹੀਂ ਸੀ ਕੀਤੀ ਗਈ। ਇਹ ਇੱਕ ਸੱਚਾਈ ਹੈ। ਉਧਰਲੇ ਇਲਾਕਿਆਂ ਦੀ ਚਰਚਾ ਕਦੇ ਵੀ ਵਿਵਾਦਿਤ ਹੋ ਨਹੀਂ ਸਕੀ। ਪੰਜਾਬ ਦੀ ਅਕਾਲੀ ਦਲ ਨੇ ਵੀ ਕਦੀ ਉਹ ਇਲਾਕੇ ਖੁੱਲ੍ਹ ਕੇ ਕਦੇ ਨਹੀਂ ਮੰਗੇ। ਪਤਾ ਨਹੀਂ ਕਿਉਂ ਨਹੀਂ ਮੰਗੇ, ਇਹ ਉਹ ਜਾਣਦੇ ਹੋਣਗੇ। ਪਰ ਹਰਿਆਣੇ ਵਾਲੇ ਪਾਸੇ ਦੇ ਇਲਾਕਿਆਂ ਦੀ ਤੈਅ ਸੀ ਕਿ ਜਿਹੜਾ ਇਲਾਕਾ ਪਿੰਡ ਜੁੜਦਾ ਹੋਵੇਗਾ, ਪੰਜਾਬੀ ਬੋਲਦਾ ਹੋਣਗੇ, ਵਿਚਾਲੇ ਵਾਲੇ ਪਿੰਡ ਤੋਂ ਤੈਅ ਕੀਤਾ ਜਾਏਗਾ ਕਿ ਹਰਿਆਣੇ ਵਾਲੇ ਪਾਸੇ ਦਾ ਜਿਹੜਾ ਏਰੀਆ ਉਹ ਪੰਜਾਬ ਨੂੰ ਮਿਲੇਗਾ ਕਿ ਪੰਜਾਬ ਵੱਲੋਂ ਹਰਿਆਣਾ ਨੂੰ ਸ਼ਿਫਟ ਹੋ ਜਾਏਗਾ ਹਿੰਦੀ ਭਾਸ਼ਾ ਦੇ ਆਧਾਰ ਦੇ ਉੱਤੇ। ਉਦੋਂ ਕੰਦੂ ਖੇੜਾ ਪਿੰਡ ਦੇ ਵਿੱਚ ਕਰਵਾਈ ਗਈ ਸੀ ਰਾਏਸ਼ੁਮਾਰੀ ਜਿਹਨੇ ਇਹ ਸਾਬਤ ਕਰਨਾ ਸੀ ਕਿ ਪੰਜਾਬੀ ਬੋਲਦੇ ਹਰਿਆਣਵੀ ਇਲਾਕੇ ਜਿਹੜੇ ਉਹ ਪੰਜਾਬ ਨੂੰ ਸ਼ਿਫਟ ਕੀਤੇ ਜਾਣਗੇ ਕਿ ਨਹੀਂ। ਕੰਦੂ ਖੇੜਾ ਪੰਜਾਬੀ ਬੋਲਦਾ ਇਲਾਕਾ ਨਿਕਲ ਆਇਆ ਪਰ ਪੰਜਾਬ ਨੂੰ ਇਲਾਕੇ ਅੱਜ ਤੱਕ ਸ਼ਿਫਟ ਨਹੀਂ ਕੀਤੇ ਗਏ ਕਿਉਂਕਿ ਭਜਨ ਲਾਲ ਨੇ ਇੱਕ ਨਾਲ ਫਸਾ ਲਿਆ ਸੀ ਕੁੱਤਾ ਕਿ ਅਸੀਂ ਅਬੋਹਰ ਫਾਜ਼ਿਲਕਾ ਲੈ ਕੇ ਤੁਹਾਨੂੰ ਚੰਡੀਗੜ੍ਹ ਵੀ ਦੇਣ ਲਈ ਤਿਆਰ ਹਾਂ ਤੇ ਪਰ ਅਸੀਂ ਤੁਹਾਨੂੰ ਪੰਜਾਬੀ ਬੋਲਦੇ ਇਲਾਕੇ ਨਹੀਂ ਦਿਆਂਗੇ। ਸਿਰਫ ਸ਼ਰਤ ਇਹ ਆ ਕਿ ਅਬੋਹਰ ਤੇ ਫਾਜ਼ਿਲਕਾ ਸਾਨੂੰ ਦੇ ਦਿਓ ਤੇ ਚੰਡੀਗੜ੍ਹ ਸਾਡੇ ਕੋਲੋਂ ਲੈ ਲਿਓ। ਤੇ ਇਹ ਉਹਨਾਂ ਨੇ ਕੁੱਤਾ ਫਸਾ ਕੇ ਪੰਜਾਬ ਦੀ ਪੋਲਿਟਿਕਸ ਨੂੰ, ਦੇਸ਼ ਦੀ ਪੋਲਿਟਿਕਸ ਨੂੰ ਗੰਦਲਾ ਕਰਨ ਦਾ ਯਤਨ ਕੀਤਾ। ਤੇ ਉਦੋਂ ਹੀ ਕੰਦੂ ਖੇੜੇ ਦਾ ਸਵਾਲ ਆਇਆ। ਉਹਦੇ ਆਧਾਰ ਦੇ ਉੱਤੇ ਅਬੋਹਰ ਫਾਜ਼ਿਲਕਾ ਵੀ ਹਰਿਆਣੇ ਨੂੰ ਨਹੀਂ ਸੀ ਜਾ ਸਕਦਾ ਕਿਉਂਕਿ ਪਿੰਡ ਨੂੰ ਇਕਾਈ ਮੰਨ ਕੇ ਉਹ ਪੰਜਾਬੀ ਇਲਾਕੇ ਹੀ ਸਾਨੂੰ ਸ਼ਿਫਟ ਹੋਣੇ ਚਾਹੀਦੇ ਸੀ। ਉਹਦੇ ਆਧਾਰ ਦੇ ਉੱਤੇ ਕਿਹਾ ਜਾਵੇ ਤਾਂ ਇਲਾਕੇ ਵੀ ਸਾਨੂੰ ਮਿਲਣੇ ਸੀ ਤੇ ਚੰਡੀਗੜ੍ਹ ਵੀ ਸਾਨੂੰ ਮਿਲਣਾ ਸੀ, ਜਿਹੜਾ ਅੱਜ ਤੱਕ ਨਹੀਂ ਮਿਲਿਆ। ਬਾਦਲ ਸਾਹਿਬ ਨੂੰ ਪੁੱਛਣਾ ਬਣਦਾ ਕਿ ਉਹਨਾਂ ਨੇ ਉਹਦੇ ਤੇ ਫਰਦਰ ਲੜਾਈ ਕੀ ਲੜੀ। ਮੈਨੂੰ ਹਾਲੇ ਵੀ ਯਾਦ ਹੈ, ਬੇਸ਼ੱਕ ਮੈਂ ਉਦੋਂ ਇੰਨਾ ਪੋਲਿਟਿਕਸ ਬਾਰੇ ਨਹੀਂ ਸੀ ਜਾਣਦਾ ਪਰ ਮੈਨੂੰ ਹਾਲੇ ਵੀ ਯਾਦ ਆ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਉਸ ਅੰਦੋਲਨ ਦੇ ਵਿੱਚ ਮੂਹਰੇ ਸੀ ਜਿਹੜੇ ਇਹ ਸਾਬਤ ਕਰਨਾ ਚਾਹੁੰਦੇ ਸੀ ਕਿ ਪੰਜਾਬੀ ਬੋਲਦਾ ਪਿੰਡ ਹੈ ਕੰਦੂ ਖੇੜਾ। ਪਰ ਅੱਜ ਚੰਦੂ ਮਾਜਰਾ ਵੀ ਕਿੱਥੇ ਨੇ? ਉਹ ਬਾਦਲ ਸਾਹਿਬ ਨੂੰ ਪੁੱਛਣ ਕਿ ਜਿਹੜੇ ਪਿੰਡ ਨੂੰ ਅਸੀਂ ਪੰਜਾਬੀ ਸਾਬਤ ਕੀਤਾ ਸੀ ਉਹਦੇ ਆਧਾਰ ਦੇ ਉੱਤੇ ਅਸੀਂ ਇਲਾਕਿਆਂ ਦੀ ਅੱਜ ਮੰਗ ਕਿਉਂ ਨਹੀਂ ਕਰਦੇ? ਕੀ ਇਸ ਕਰਕੇ ਮੰਗ ਨਹੀਂ ਬਾਦਲ ਸਾਹਿਬ ਨੇ ਕੀਤੀ ਤੇ ਕਿਸੇ ਵੇਲੇ ਉਹਨਾਂ ਦੀ ਚੁਟਾਲਿਆਂ ਨਾਲ ਆ ਰਹੀ ਸੀ ਤੇ ਅੱਜ ਉੱਥੇ ਖੱਟੜ ਦੀ ਸਰਕਾਰ ਚੱਲ ਰਹੀ ਹੈ ਜਿਹਦੇ ਚ ਬੀਜੇਪੀ ਨਾਲ ਉਹਨਾਂ ਦੀ ਪੱਕੀ ਸਾਂਝ ਹੈ? ਇਹ ਸਵਾਲ ਜ਼ਰੂਰ ਅਕਾਲੀ ਦਲ ਨੂੰ ਕੀਤੇ ਜਾਣੇ ਚਾਹੀਦੇ ਨੇ। ਕਿਤੇ ਨਾ ਕਿਤੇ ਹਰਪ੍ਰੀਤ ਜੀ ਸਵਦੀਸ਼ ਜੀ ਦੀਆਂ ਸਾਰੀਆਂ ਗੱਲਾਂ ਨਾਲ ਮੈਂ ਸਹਿਮਤ ਹਾਂ ਪਰ ਇੱਕ ਗੱਲ ਨਾਲ ਨਹੀਂ ਸਹਿਮਤ ਜਿਹੜਾ ਉਹਨਾਂ ਨੇ ਉਦੋਂ ਦੇ ਮੀਡੀਆ ਤੇ ਸਵਾਲ ਚੱਕਿਆ ਤੇ ਇਹ ਕਿਹਾ ਕਿ ਉਦੋਂ ਦਾ ਮੀਡੀਆ ਜਿਹੜਾ ਤਕਰੀਬਨ ਸਾਰਾ ਸੀ ਉਹ ਪੰਜਾਬੀ ਦੀ ਪੈਰਵਾਈ ਉਰਦੂ ਦੇ ਵਿੱਚ ਕਰਦਾ ਸੀ। ਮੈਨੂੰ ਹਜੇ ਵੀ ਯਾਦ ਹੈ ਉਦੋਂ ਦੀ ਜਿਹੜੀ ਸਭ ਤੋਂ ਵੱਡੀ ਅਖਬਾਰ ਮਾਸਟਰ ਤਾਰਾ ਸਿੰਘ ਦੀ ਜਥੇਦਾਰ ਉਹ ਪੰਜਾਬੀ ਵਿੱਚ ਨਿਕਲਦੀ ਸੀ, ਸਭ ਤੋਂ ਜ਼ਿਆਦਾ ਚੱਲਦੀ ਸੀ ਤੇ ਸ਼ਾਇਦ ਜਿੰਨਾ ਉਹਨੇ ਪੰਜਾਬ ਤੇ ਪੰਜਾਬੀ ਦੀ ਪੈਰਵੀ ਕੀਤੀ ਹੈਗੀ ਉਹਦੀਆਂ ਹਜੇ ਵੀ ਕਾਪੀਜ਼ ਮੇਰੇ ਕੋਲ ਪਈਆਂ ਹੋਣਗੀਆਂ। ਮੇਰਾ ਉਦੋਂ ਬਰਥ ਤਾਂ ਨਹੀਂ ਹੋਇਆ ਸੀ ਪਰ ਉਹ ਕਾਪੀਜ਼ ਹਜੇ ਵੀ ਪਈਆਂ ਹੋਣਗੀਆਂ, ਮੇਰੇ ਘਰ ਪਈਆਂ। ਉਸ ਤੋਂ ਜ਼ਿਆਦਾ ਪੈਰਵਾਈ ਸ਼ਾਇਦ ਹੀ ਕਿਸੇ ਅਖਬਾਰ ਨੇ ਕੀਤੀ ਹੋਵੇ ਤੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਦੋਂ ਦੀਆਂ ਅਖਬਾਰਾਂ ਪੈਰਵਾਈ ਉਰਦੂ ਵਿੱਚ ਪੰਜਾਬੀ ਦੀਆਂ ਕਰਦੀਆਂ ਸੀ। ਇਹਦੇ ਨਾਲ ਹੀ ਹਰਪ੍ਰੀਤ ਜੀ ਇੱਕ ਜਲੰਧਰ ਤੋਂ ਅਖਬਾਰ ਹੁੰਦਾ ਸੀ ਅਕਾਲੀ ਪੱਤਰਿਕਾ ਜਿਹਦੇ ਐਡੀਟਰ ਗਿਆਨੀ ਸ਼ਾਦੀ ਸਿੰਘ ਹੁੰਦੇ ਸੀ। ਉਹ ਵੀ ਪੰਜਾਬੀ ਚ ਛਪਦਾ ਸੀ, ਪੰਜਾਬੀ ਚ ਪੈਰਵੀ ਕਰਦਾ ਸੀ। ਪਰ ਇੱਕ ਚੀਜ਼ ਜ਼ਰੂਰ ਹੈ ਕਿ ਮੈਂ ਇਹਦੇ ਵਿੱਚ ਬਿਲਕੁਲ ਇਹ ਨਹੀਂ ਕਹਿੰਦਾ ਕਿ ਸਰਕਾਰ ਬਾਦਲ ਸਾਹਿਬ ਤੇ ਬਾਕੀ ਸਾਰਾ ਅਕਾਲੀ ਦਲ, ਜਦੋਂ ਬਾਦਲ ਸਾਹਿਬ ਕਹਿੰਦੇ ਸਾਰਾ ਅਕਾਲੀ ਦਲ ਦੀ ਉਹ ਗੱਲ ਹੋ ਜਾਂਦੀ ਹੈ ਕਿ ਉਹਨਾਂ ਦੀ ਸਥਿਤੀ ਅਕਾਲੀ ਜਦੋਂ ਉੱਥੇ ਹੁਣ ਆ ਗਈ ਹੈ ਕੇਂਦਰ ਦੇ ਵਿੱਚ ਬੀਜੇਪੀ ਸਰਕਾਰ ਤਾਂ ਉਹੀ ਜੀ ਉਹ ਬਣ ਗਈ ਹੈ ਜਿਹੋ ਜੀ ਜਦੋਂ ਕੇਂਦਰ 'ਚ ਕਾਂਗਰਸ ਸਰਕਾਰ ਹੁੰਦੀ ਸੀ। ਜਿਸ ਤਰ੍ਹਾਂ ਦੀ ਅਪਰੋਚ ਜਿਹੜੀ ਉਦੋਂ ਇਹਨਾਂ ਮੁੱਦਿਆਂ ਬਾਰੇ ਜਾਂ ਖਿੱਤਿਆਂ ਬਾਰੇ, ਪੰਜਾਬੀ ਬੋਲਦਿਆਂ ਬਾਰੇ ਜਾਂ ਇਸ ਸਮੁੱਚੇ ਪੰਜਾਬੀ ਬੋਲਦੇ ਇਲਾਕਿਆਂ ਦੀ ਜਿਹੜੀ ਮਸਲਾ ਇਹਦੇ ਬਾਰੇ ਉਹੀ ਜੀ ਬਣ ਗਈ ਜਿਹੋ ਜੀ ਉਦੋਂ ਪੰਜਾਬ ਵਿੱਚ ਬੈਠੇ ਕਾਂਗਰਸੀ ਲੀਡਰਾਂ ਦੀ ਹੁੰਦੀ ਸੀ ਕਿਉਂਕਿ ਕੇਂਦਰ ਸਰਕਾਰ ਨਾਲ ਉਦੋਂ ਉਹ ਮੱਥਾ ਨਹੀਂ ਸੀ ਲਾ ਸਕਦੇ ਤੇ ਅੱਜ ਬਾਦਲ ਸਾਹਿਬ ਪਸੰਦ ਨਹੀਂ ਕਰਦੇ। ਪਰ ਇੱਕ ਚੀਜ਼ ਜ਼ਰੂਰ ਹੈ ਕਿ ਜਦੋਂ ਇਹ ਚੀਜ਼ 1985 ਦੇ ਵਿੱਚ ਹੋਈ ਸੀ ਕਿ ਰਾਏਸ਼ੁਮਾਰੀ ਕੰਦੂ ਖੇੜੇ ਦੀ ਕਰਾ ਕੇ ਉਦੋਂ ਇਹ ਵੀ ਚਾਲ ਚੱਲਣ ਦੀ ਹੀ ਕੋਸ਼ਿਸ਼ ਕੀਤੀ ਗਈ ਸੀ ਕਿ ਜੇ ਕੰਦੂ ਖੇੜੇ ਨੂੰ ਸਿੱਧ ਕਰ ਲਿਆ ਜਾਂਦਾ ਹੈ ਹਿੰਦੀ ਬੋਲਦਾ ਪਿੰਡ
ਤਾਂ ਉਹ ਕੰਟੀਨਿਊਟੀ ਦੇ ਵਿੱਚ ਜਿਹੜੇ ਹੈਗੀ, ਕਿਉਂਕਿ ਅਵਾਰ ਫਾਜ਼ਿਲਕਾ ਦੀ ਕੰਟੀਨਿਊਟੀ ਨਹੀਂ ਸੀ ਬਣਦੀ ਹਰਿਆਣੇ ਦੇ ਨਾਲ, ਨਹੀਂ ਤਾਂ ਉਸ ਵਕਤ ਧੱਕੇ ਨਾਲ ਵੀ ਅਵਾਰ ਫਾਜ਼ਿਲਕਾ ਜਿਹੜਾ ਚੰਗੇ ਕਾਟਨ ਦਾ ਖੇਤਰ ਹੈ ਉਦੋਂ ਔਰ ਪ੍ਰੋਫਿਟੇਬਲ ਸੀ, ਉਹਨਾਂ ਨੂੰ ਦੇ ਦੇਣਾ ਸੀ ਉਹਨਾਂ ਨੇ। ਉਸ ਵੇਲੇ ਇਸ ਗੱਲ ਦਾ ਜਿਹੜਾ ਸਿਹਰਾ ਹੈ ਸਰ ਅਮਰਿੰਦਰ ਸਿੰਘ ਤੇ ਜਾਂਦਾ ਹੈ ਕਿ ਉਦੋਂ ਕੈਬਨਿਟ ਮਿਨਿਸਟਰ ਸੀ, ਕਈ ਦਿਨ ਤੱਕ ਇਹ ਕੰਦੂ ਖੇੜੇ ਪਿੰਡ ਦੇ ਵਿੱਚ ਹੀ ਆਪਣਾ ਕੈਂਪ ਆਫਿਸ ਬਣਾ ਕੇ ਬੈਠੇ ਰਹੇ ਨੇ, ਤੇ ਇਹਨਾਂ ਨੇ ਘਰੋਂ ਘਰੀ ਨਾਲ ਜਾ ਕੇ ਸਹੀ ਜਿਹੜਾ ਹੈਗਾ ਸੀ ਉਹ ਰਾਇਸ਼ੁਮਾਰੀ ਕਰਾਉਣ ਦੀ ਕੋਸ਼ਿਸ਼ ਕੀਤੀ, ਤੇ ਉਹ ਪਿੰਡ ਪੰਜਾਬੀ ਦਾ ਨਿਕਲ ਗਿਆ। ਕੰਟੀਨਿਊਟੀ ਆਫ ਫਾਜ਼ਿਲਕਾ ਦੀ ਨਾ ਬਣਨ ਕਰਕੇ ਉਹ ਚੰਡੀਗੜ੍ਹ ਤੇ ਦੂਜੇ ਜਿਹੜੇ ਕੁਝ ਏਰੀਆ ਦਾ ਹੋਈ ਸੀ ਗੱਲ ਕਿ ਪੰਜਾਬ ਨੂੰ ਦੇ ਦਿੱਤੇ ਜਾਣਗੇ, ਉਹਨਾਂ ਤੋਂ ਮੁੱਕਰ ਗਏ। ਅਦਰਵਾਈਜ਼ ਇੱਕ ਚਾਲ ਸੀ ਕਿ ਚੰਡੀਗੜ੍ਹ ਸ਼ਾਇਦ ਇੰਨੀ ਫਾਇਦੇਮੰਦ ਹਰਿਆਣੇ ਨੂੰ ਨਹੀਂ ਹੋ ਸਕਦੀ ਜਿੰਨੇ ਉਹ ਬੜੇ ਜ਼ਰਖੇਜ਼ ਔਰ ਕਪਾਹ ਦੀ ਬੈਲਟ ਦੇ ਜਿਹੜੇ ਇਲਾਕੇ ਨੇ ਉਹ ਸ਼ਾਇਦ ਹਰਿਆਣੇ ਦੇ ਫਾਇਦੇਮੰਦ ਹੋ ਸਕਦੇ ਨੇ। ਸੋ ਜਦੋਂ ਉਹ ਨਹੀਂ ਮਿਲੇ ਉਹ ਤੋਂ ਪਿੱਛੇ ਹਟਿਆ ਗਿਆ। ਸਹੀ ਜਿਹੜੀ ਇਮਾਨਦਾਰ ਰਾਜਨੀਤੀ ਹੈ ਉਹ ਇਹਨਾਂ ਸਬੰਧ ਦੇ ਵਿੱਚ ਕਦੇ ਨਹੀਂ ਹੋਈ। ਕਾਂਗਰਸ ਪਹਿਲਾਂ ਨਹੀਂ ਕਰਦੀ ਰਹੀ ਤੇ ਅੱਜ ਸਭ ਨੂੰ ਦਿਸਦਾ ਹੈ ਕਿ ਅਕਾਲੀ ਦਲ ਤੇ ਉਹਦੇ ਸਹਿਯੋਗੀ ਪਾਰਟੀਆਂ ਵੀ ਕੋਈ ਉਹਦੇ ਤੇ ਕੋਈ ਸਟੈਂਡ ਲੈਣ ਨੂੰ ਤਿਆਰ ਨਹੀਂ ਹੈਗੀਆਂ। ਜੀ ਅਖੀਰ ਚ ਮੈਂ ਇੱਕ ਹੁਣ ਦਾ ਤਾਜ਼ਾ ਵਾਕਿਆ ਜ਼ਰੂਰ ਬਿਆਨ ਕਰਨਾ ਚਾਹੂੰਗਾ। ਨਵਤੇਜ ਸਿੰਘ ਫੇਰੂਮਾਨ ਜੋ ਕਿ 28 ਸਾਲ ਦੇ ਇੱਕ ਨੌਜਵਾਨ ਨੇ, ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਸੀਐਮ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਸੀ, ਪਰ ਉਹਨਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਸੀਐਮ ਸਾਹਿਬ ਦੀ ਤਬੀਅਤ ਖਰਾਬ ਨਹੀਂ ਹੈ। ਉਸ ਤੋਂ ਬਾਅਦ ਉਹਨਾਂ ਨੇ ਪੰਜਾਬ ਦੇ ਡਿਪਟੀ ਸੀਐਮ ਸਾਹਿਬ ਨੂੰ ਮਿਲਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਦੀ ਹਰ ਕੋਸ਼ਿਸ਼ ਨਾਕਾਮਯਾਬ ਹੋ ਗਈ। ਤੁਸੀਂ ਸ਼ਾਇਦ ਸੋਚ ਰਹੇ ਹੋਣਗੇ ਕਿ ਨਵਤੇਜ ਸਿੰਘ ਫੇਰੂਮਾਨ 28 ਸਾਲ ਦੀ ਉਮਰ ਦਾ ਇਹ ਨੌਜਵਾਨ ਕੌਣ ਆ? ਇਹ ਦਰਸ਼ਨ ਸਿੰਘ ਫੇਰੂਮਾਨ ਜਿਨ੍ਹਾਂ ਦੀ ਕਿ ਭੁੱਖ ਹੜਤਾਲ ਤੇ ਬੈਠੇ ਹੋਏ 74ਵੇਂ ਦਿਨ ਮੌਤ ਹੋ ਗਈ ਸੀ, ਜੋ ਕਿ ਚੰਡੀਗੜ੍ਹ ਨੂੰ ਪੰਜਾਬ ਨੂੰ ਦੇਣ ਦੀ ਡਿਮਾਂਡ ਅਤੇ ਪੰਜਾਬੀ ਬੋਲੀ ਬੋਲਦੇ ਸੂਬਿਆਂ ਨੂੰ ਪੰਜਾਬ ਨੂੰ ਦੇਣ ਦੀ ਡਿਮਾਂਡ ਤੇ ਭੁੱਖ ਹੜਤਾਲ ਤੇ ਬੈਠੇ ਸੀ। 74ਵੇਂ ਦਿਨ ਉਹਨਾਂ ਦੀ ਮੌਤ ਹੋ ਗਈ ਸੀ। ਨਵਤੇਜ ਸਿੰਘ ਫੇਰੂਮਾਨ ਉਸ ਦਰਸ਼ਨ ਸਿੰਘ ਫੇਰੂਮਾਨ ਦੇ ਪੋਤੇ ਨੇ ਤੇ ਹਮੇਸ਼ਾ ਦੀ ਤਰ੍ਹਾਂ ਸੀਐਮ ਸਾਹਿਬ ਅਤੇ ਡਿਪਟੀ ਸੀਐਮ ਸਾਹਿਬ ਨੂੰ ਇਨਵਾਈਟ ਕਰਨ ਆਈ ਸੀ। ਹਰ ਪਿਛਲੇ 1969 ਤੋਂ ਜਦੋਂ ਕਿ ਦਰਸ਼ਨ ਸਿੰਘ ਫੇਰੂਮਾਨ ਜੀ ਦੀ ਮੌਤ ਹੋਈ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਫੇਰੂਮਾਨ ਪਿੰਡ ਜਾ ਕੇ ਉਹਨਾਂ ਦੇ ਨਾਲ ਬਰਸੀ ਮਨਾਉਂਦੇ ਸੀ। ਪਰ ਸ਼ਾਇਦ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਇਹਦਾ ਵੀ ਚੇਤਾ ਭੁੱਲ ਗਿਆ ਵਾ। ਅਖੀਰ ਚ ਅਜੀਤ ਜੀ, ਸਬਦੀਸ਼ ਜੀ, ਦਿਲਰਾਜ ਜੀ, ਸੀਪੀ ਸਿੰਘ ਜੀ, ਮੇਰੇ ਨਾਲ ਜੁੜਨ ਵਾਸਤੇ ਥੈਂਕ ਯੂ। ਤੇ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਦੀ ਕੋਸ਼ਿਸ਼ ਪਸੰਦ ਆਈ ਹੋਗੀ। ਹਮੇਸ਼ਾ ਦੀ ਤਰ੍ਹਾਂ ਸ਼ੋਅ ਕਿੱਦਾਂ ਲੱਗੇ ਫੋਨ ਅਤੇ ਈਮੇਲ ਕਰਕੇ ਸਾਨੂੰ ਜਰੂਰ ਦੱਸਿਓ। ਇਹਦੇ ਨਾਲ ਹੀ ਸਾਨੂੰ ਦਿਓ ਇਜਾਜ਼ਤ। ਧੰਨਵਾਦ। ਧੰਨਵਾਦ ਜੀ।